ਮੇਰਾ ਨਾਂ ਕ੍ਰਿਸ਼ਮਾ ਹੈ ਅਤੇ ਮੇਰੀ ਉਮਰ 20 ਸਾਲ ਹੈ। ਅਸੀਂ ਆਪਣੇ ਮਾਤਾ-ਪਿਤਾ ਦੇ ਦੋ ਹੀ ਬੱਚੇ ਹਾਂ, ਇੱਕ ਮੇਰੀ ਵੱਡੀ ਦੀਦੀ ਅਤੇ ਦੂਜੀ ਮੈਂ। ਸਾਡੀ ਜ਼ਿੰਦਗੀ ਬਹੁਤ ਖੁਸ਼ਹਾਲ ਚੱਲ ਰਹੀ ਸੀ, ਪਰ ਅਚਾਨਕ ਤੋਂ ਸਭ ਕੁਝ ਬਦਲ ਗਿਆ। ਜਦੋਂ ਮੇਰੇ ਜੀਜਾ ਦਾ ਰਿਸ਼ਤਾ ਮੇਰੀ ਦੀਦੀ ਲਈ ਆਇਆ ਤਾਂ ਸਾਡੇ ਘਰ ਵਿੱਚ ਇੱਕ ਵੱਖ ਹੀ ਮਾਹੌਲ ਬਣ ਗਿਆ ਸੀ। ਮੇਰੀ ਦੀਦੀ ਇੱਕ ਮੁੰਡੇ ਨੂੰ ਪਸੰਦ ਕਰਦੀ ਸੀ। ਉਹ ਉਹਨਾਂ ਦੇ ਕਾਲਜ ਵਿੱਚ ਪੜ੍ਹਦਾ ਸੀ। ਉਹਨਾਂ ਦੋਨਾਂ ਵਿੱਚ ਬਹੁਤ ਚੰਗੀ ਦੋਸਤੀ ਸੀ। ਮੈਂ ਦੀਦੀ ਦੇ ਬਗਲ ਵਾਲੇ ਬਿਸਤਰ ਉੱਤੇ ਹੀ ਸੌਂਦੀ ਸੀ, ਇਸ ਲਈ ਉਹਨਾਂ ਦੀਆਂ ਸਾਰੀਆਂ ਗੱਲਾਂ ਮੈਨੂੰ ਚੰਗੀ ਤਰ੍ਹਾਂ ਨਾਲ ਪਤਾ ਸੀ। ਮੇਰੀ ਦੀਦੀ ਉਸ ਮੁੰਡੇ ਨਾਲ ਬਹੁਤ ਪਿਆਰ ਕਰਦੀ ਸੀ। ਉਸਦਾ ਨਾਂ ਰਾਜ ਸੀ। ਇੱਕ ਦਿਨ ਦੀਦੀ ਮੋਬਾਈਲ ਤੇ ਰਾਜ ਨਾਲ ਗੱਲ ਕਰ ਰਹੀ ਸੀ, ਜਦੋਂ ਅਚਾਨਕ ਉਹ ਰੋਣ ਲੱਗੀ। ਮੈਂ ਜੋ ਆਪਣੇ ਬਿਸਤਰ ਤੇ ਲੇਟੀ ਮੋਬਾਈਲ ਚਲਾ ਰਹੀ ਸੀ, ਅਚਾਨਕ ਦੀਦੀ ਵੱਲ ਧਿਆਨ ਦੇਣ ਲੱਗੀ। ਉਹ ਉਸ ਮੁੰਡੇ ਤੋਂ ਗੁਹਾਰ ਲਗਾ ਰਹੀ ਸੀ ਅਤੇ ਕਹਿ ਰਹੀ ਸੀ, ਪਲੀਜ਼ ਰਾਜ, ਮੇਰੀ ਪਰੇਸ਼ਾਨੀ ਸਮਝਣ ਦੀ ਕੋਸ਼ਿਸ਼ ਕਰੋ। ਅੱਜ ਹੀ ਮਾਂ ਪਾਪਾ ਨੇ ਇਸ ਬਾਰੇ ਵਿੱਚ ਮੇਰੇ ਨਾਲ ਗੱਲ ਕੀਤੀ ਹੈ। ਜੇਕਰ ਤੂੰ ਰਿਸ਼ਤਾ ਲੈ ਕੇ ਨਹੀਂ ਆਇਆ ਤਾਂ ਮੁਸੀਬਤ ਹੋ ਜਾਵੇਗੀ। ਪਾਪਾ ਦੇ ਦੋਸਤ ਅਤੇ ਮਾਂ ਦੀ ਦੂਰ ਦੀ ਕਜ਼ਨ ਦੋਨੇ ਹੀ ਆਪਣੇ ਵੱਡੇ ਬੇਟੇ ਦਾ ਰਿਸ਼ਤਾ ਮੇਰੇ ਲਈ ਲੈ ਕੇ ਆਉਣਾ ਚਾਹੁੰਦੀ ਹੈ। ਜੇਕਰ ਘਰ ਵਿੱਚ ਰਿਸ਼ਤਾ ਆ ਗਿਆ ਤਾਂ ਪਾਪਾ ਕਿਸੇ ਵੀ ਸੂਰਤ ਵਿੱਚ ਮਨਾ ਨਹੀਂ ਕਰਨਗੇ। ਤੂੰ ਕਿਉਂ ਮੇਰੀ ਪਰੇਸ਼ਾਨੀ ਨਹੀਂ ਸਮਝ ਰਿਹਾ? ਦੀਦੀ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਮੈਂ ਵੀ ਵਿਆਕੁਲ ਹੋ ਕੇ ਉੱਠ ਗਈ ਸੀ। ਇਹ ਗੱਲ ਤਾਂ ਸੱਚ ਸੀ ਕਿ ਅੱਜ ਖਾਣੇ ਦੀ ਟੇਬਲ ਉੱਤੇ ਮਾਂ ਨੇ ਇਸ ਬਾਰੇ ਵਿੱਚ ਗੱਲ ਕੀਤੀ ਸੀ। ਪਾਪਾ ਵੀ ਚਾਹੁੰਦੇ ਸਨ ਕਿ ਜਲਦੀ ਤੋਂ ਜਲਦੀ ਦੀਦੀ ਦਾ ਵਿਆਹ ਹੋ ਜਾਵੇ। ਮਾਂ ਪਾਪਾ ਦੀ ਗੱਲ ਸੁਣ ਕੇ ਦੀਦੀ ਚੁੱਪਚਾਪ ਕਮਰੇ ਵਿੱਚ ਚਲੀ ਆਈ ਸੀ। ਮੈਨੂੰ ਦੀਦੀ ਦਾ ਦੁਖੀ ਚਿਹਰਾ ਦੇਖ ਕੇ ਬਹੁਤ ਅਫਸੋਸ ਹੋ ਰਿਹਾ ਸੀ। ਉਦੋਂ ਮੈਂ ਸੋਚਿਆ ਸੀ ਕਿ ਮੈਂ ਇਕੱਲੇ ਵਿੱਚ ਮਾਂ ਨਾਲ ਇਸ ਬਾਰੇ ਵਿੱਚ ਗੱਲ ਕਰਾਂਗੀ ਅਤੇ ਉਹਨਾਂ ਨੂੰ ਇਸ਼ਾਰਿਆਂ ਵਿੱਚ ਦੱਸ ਦੇਵਾਂਗੀ ਕਿ ਦੀਦੀ ਕਿਸੇ ਹੋਰ ਨੂੰ ਪਸੰਦ ਕਰਦੀ ਹੈ। ਉਹਨਾਂ ਉੱਤੇ ਆਪਣੀ ਪਸੰਦ ਨਾ ਥੋਪੋ। ਪਰ ਹੁਣ ਦੀਦੀ ਦਾ ਹਾਲ ਵੇਖ ਕੇ ਮੈਨੂੰ ਪਤਾ ਚੱਲਿਆ ਕਿ ਉਹ ਬਹੁਤ ਵਿਆਕੁਲ ਹੈ। ਉਹ ਰਾਜ ਨਾਲ ਬਹੁਤ ਮੁਹੱਬਤ ਕਰਦੀ ਹੈ। ਉਹਨਾਂ ਨੇ ਰਾਜ ਦੀ ਬਹੁਤ ਮਿੰਨਤ ਕੀਤੀ ਕਿ ਕਿਸੇ ਵੀ ਤਰ੍ਹਾਂ ਰਿਸ਼ਤਾ ਲੈ ਕੇ ਆ, ਵਰਨਾ ਅਸੀਂ ਦੋਨੇ ਕਦੇ ਇੱਕ ਨਹੀਂ ਹੋ ਪਾਵਾਂਗੇ। ਇਸ ਦੇ ਬਾਅਦ ਉਹਨਾਂ ਨੇ ਫੋਨ ਬੰਦ ਕਰ ਦਿੱਤਾ। ਮੈਨੂੰ ਆਪਣੀ ਦੀਦੀ ਉੱਤੇ ਬਹੁਤ ਤਰਸ ਆ ਰਿਹਾ ਸੀ ਅਤੇ ਉਹਨਾਂ ਦੀ ਅਧੂਰੀ ਪ੍ਰੇਮ ਕਹਾਣੀ ਉੱਤੇ ਦੁੱਖ ਹੋ ਰਿਹਾ ਸੀ। ਉਦੋਂ ਮੈਂ ਉਹਨਾਂ ਦੇ ਕੋਲ ਗਈ ਅਤੇ ਉਹਨਾਂ ਦਾ ਹੱਥ ਫੜਦੇ ਹੋਏ ਬੋਲੀ, ਦੀਦੀ, ਇਸ ਤਰ੍ਹਾਂ ਪਰੇਸ਼ਾਨ ਨਾ ਹੋ, ਰੱਬ ਤੁਹਾਡੇ ਹੱਕ ਵਿੱਚ ਫੈਸਲਾ ਕਰੇਗਾ। ਉਦੋਂ ਅਚਾਨਕ ਮੇਰੀ ਦੀਦੀ ਮੇਰੇ ਗਲੇ ਨਾਲ ਲੱਗ ਗਈ ਅਤੇ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਮੈਨੂੰ ਉਹਨਾਂ ਦਾ ਰੋਣਾ ਬਹੁਤ ਬੁਰਾ ਲੱਗ ਰਿਹਾ ਸੀ। ਮੈਂ ਉਹਨਾਂ ਨੂੰ ਆਪਣੇ ਤੋਂ ਵੱਖ ਕਰਦੇ ਹੋਏ ਕਿਹਾ, ਦੀਦੀ, ਕਿਉਂ ਪਰੇਸ਼ਾਨ ਹੋ ਰਹੀ ਹੋ? ਉੱਤੇ ਵਾਲਾ ਸਭ ਵੇਖ ਰਿਹਾ ਹੈ। ਜੇਕਰ ਤੁਹਾਡੇ ਦੋਨਾਂ ਦਾ ਪਿਆਰ ਸੱਚਾ ਹੋਵੇਗਾ ਤਾਂ ਤੁਹਾਨੂੰ ਦੋਹਾਂ ਨੂੰ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਤਰ੍ਹਾਂ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਮੈਂ ਮਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੀ। ਮੈਂ ਜਿੰਨਾ ਹੋ ਸਕਦਾ ਸੀ ਆਪਣੀ ਭੈਣ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਸ਼ਾਇਦ ਰਾਜ ਨਾਲ ਬਹੁਤ ਪਿਆਰ ਕਰਦੀ ਸੀ, ਇਸ ਲਈ ਬਿਲਕੁਲ ਵੀ ਕਾਬੂ ਵਿੱਚ ਨਹੀਂ ਆ ਰਹੀ ਸੀ। ਮੈਂ ਗੁੱਸੇ ਵਿੱਚ ਦੀਦੀ ਦਾ ਫੋਨ ਚੁੱਕਿਆ ਅਤੇ ਰਾਜ ਦਾ ਨੰਬਰ ਮਿਲਾ ਕੇ ਫੋਨ ਕੰਨ ਨਾਲ ਲਗਾ ਲਿਆ। ਦੀਦੀ ਪੂਰੀ ਤਰ੍ਹਾਂ ਨਾਲ ਆਪਣੇ ਹੋਸ਼ ਵਿੱਚ ਨਹੀਂ ਲੱਗ ਰਹੀ ਸੀ। ਯਕੀਨਨ ਉਹ ਰਾਜ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਉਹਨਾਂ ਦੀ ਹਾਲਤ ਵੇਖ ਕੇ ਮੈਨੂੰ ਇਹ ਚੰਗੀ ਤਰ੍ਹਾਂ ਸਮਝ ਵਿੱਚ ਆ ਗਿਆ ਸੀ। ਫੋਨ ਕੰਨ ਨਾਲ ਲਗਾਉਂਦੇ ਹੀ ਮੈਂ ਸ਼ੁਰੂ ਹੋ ਗਈ, ਤੁਸੀਂ ਸਮਝਦੇ ਕੀ ਹੋ ਆਪਣੇ ਆਪ ਨੂੰ? ਜੇਕਰ ਮੇਰੀ ਭੈਣ ਤੁਹਾਨੂੰ ਪਸੰਦ ਨਹੀਂ ਸੀ ਤਾਂ ਫਿਰ ਉਸ ਤੋਂ ਪਿਆਰ ਦਾ ਵਾਅਦਾ ਕਿਉਂ ਕੀਤਾ? ਜਦੋਂ ਸਾਥ ਦੇਣ ਦਾ ਵਕਤ ਆਇਆ ਤਾਂ ਤੁਸੀਂ ਪਿੱਛੇ ਹਟ ਰਹੇ ਹੋ। ਮੈਂ ਤੁਹਾਨੂੰ ਦੱਸ ਰਹੀ ਹਾਂ ਰਾਜ, ਅਜਿਹਾ ਨਹੀਂ ਚੱਲੇਗਾ। ਮੇਰੀ ਬਸ ਇੱਕ ਹੀ ਭੈਣ ਹੈ ਅਤੇ ਮੈਂ ਉਸ ਨੂੰ ਇਸ ਤਰ੍ਹਾਂ ਰੋਂਦੇ ਨਹੀਂ ਵੇਖ ਸਕਦੀ। ਤੁਹਾਨੂੰ ਰਿਸ਼ਤਾ ਲੈ ਕੇ ਘਰ ਆਉਣਾ ਹੋਵੇਗਾ, ਵਰਨਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਇਹ ਬੋਲ ਕੇ ਮੈਂ ਫੋਨ ਰੱਖ ਦਿੱਤਾ। ਅੱਗੇ ਤੋਂ ਉਸ ਦੀ ਗੱਲ ਸੁਣਨਾ ਵੀ ਮੈਂ ਜ਼ਰੂਰੀ ਨਹੀਂ ਸਮਝਿਆ ਸੀ ਅਤੇ ਸ਼ਾਇਦ ਇਹੀ ਮੇਰੀ ਸਭ ਤੋਂ ਵੱਡੀ ਗਲਤੀ ਸੀ। ਉਹ ਰਾਤ ਹੌਲੀ-ਹੌਲੀ ਗੁਜ਼ਰਦੀ ਚਲੀ ਗਈ ਅਤੇ ਮੈਂ ਆਪਣੀ ਭੈਣ ਨੂੰ ਆਪਣੇ ਸੀਨੇ ਨਾਲ ਲਗਾ ਲਿਆ, ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਗਲੇ ਲਗਾਉਂਦੀ ਹੈ। ਅਗਲੀ ਸਵੇਰ ਦਾ ਸੂਰਜ ਪੂਰੀ ਰੋਸ਼ਨੀ ਦੇ ਨਾਲ ਚਮਕ ਰਿਹਾ ਸੀ। ਅਸੀਂ ਦੋਨੇ ਭੈਣਾਂ ਇੱਕ ਦੂਜੇ ਨਾਲ ਲੱਗ ਕੇ ਡੂੰਘੀ ਨੀਂਦ ਵਿੱਚ ਸੀ, ਜਦੋਂ ਅਚਾਨਕ ਮਾਂ ਕਮਰੇ ਵਿੱਚ ਆਈ ਅਤੇ ਸਾਨੂੰ ਜਗਾਉਂਦੇ ਹੋਏ ਬੋਲੀ, ਪਤਾ ਨਹੀਂ ਬਾਹਰ ਕੌਣ ਆਇਆ ਹੈ, ਜਲਦੀ ਉੱਠ ਜਾਓ ਕ੍ਰਿਸ਼ਮਾ ਅਤੇ ਤੂੰ ਤਿਆਰ ਹੋ ਜਾਓ, ਉਹ ਲੋਕ ਤੁਹਾਡਾ ਹੀ ਜ਼ਿਕਰ ਕਰ ਰਹੇ ਹਨ। ਮੇਰੀ ਮਾਂ ਦੀਦੀ ਵੱਲ ਇਸ਼ਾਰਾ ਕਰਕੇ ਬੋਲਦੀ ਹੋਈ ਕਮਰੇ ਤੋਂ ਬਾਹਰ ਨਿਕਲ ਗਈ। ਇੱਕ ਪਲ ਲਈ ਮੈਂ ਵੀ ਹੈਰਾਨ ਸੀ, ਅਖੀਰ ਅਜਿਹਾ ਕੌਣ ਸਾਡੇ ਘਰ ਆਇਆ ਹੈ ਜਿਸ ਨਾਲ ਮਾਂ ਇੰਨੀ ਪਰੇਸ਼ਾਨ ਨਜ਼ਰ ਆ ਰਹੀ ਸੀ ਅਤੇ ਦੀਦੀ ਨੂੰ ਤਿਆਰ ਹੋਣ ਲਈ ਕਿਉਂ ਕਿਹਾ?
ਇਹ ਗੱਲ ਨਾ ਮੈਨੂੰ ਸਮਝ ਆਈ ਸੀ ਅਤੇ ਨਾ ਹੀ ਦੀਦੀ ਨੂੰ। ਉਹ ਚੁੱਪਚਾਪ ਕੱਪੜੇ ਬਦਲ ਕੇ ਆਪਣੇ ਆਪ ਨੂੰ ਸੰਵਾਰ ਕੇ ਹੇਠਾਂ ਵੱਲ ਚਲੀ ਗਈ, ਜਦੋਂ ਕਿ ਮੈਂ ਵੀ ਕਮਰੇ ਨੂੰ ਸਮੇਟ ਕੇ ਹੇਠਾਂ ਆਈ ਸੀ। ਸਾਹਮਣੇ ਹੀ ਇੱਕ ਜਵਾਨ ਮੁੰਡਾ ਅਤੇ ਨਾਲ ਵਿੱਚ ਦੋ ਅੱਧਖੜ ਉਮਰ ਦੇ ਆਦਮੀ ਤੇ ਔਰਤ ਬੈਠੇ ਸਨ। ਦੀਦੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਸੀ। ਮੈਂ ਹੈਰਾਨ ਹੋ ਗਈ ਸੀ ਕਿ ਦੀਦੀ ਉਹਨਾਂ ਲੋਕਾਂ ਨੂੰ ਵੇਖ ਕੇ ਖੁਸ਼ ਕਿਉਂ ਹੋ ਰਹੀ ਹੈ, ਜਦੋਂ ਕਿ ਅੱਜ ਤੱਕ ਅਸੀਂ ਇਹਨਾਂ ਤੋਂ ਮੁਲਾਕਾਤ ਨਹੀਂ ਕੀਤੀ ਸੀ। ਜਿਵੇਂ ਹੀ ਉਹ ਜਵਾਨ ਖੜਾ ਹੋਇਆ ਅਤੇ ਦੀਦੀ ਵੱਲ ਇਸ਼ਾਰਾ ਕਰਦੇ ਹੋਏ ਬੋਲਿਆ ਤਾਂ ਮੈਂ ਸਮਝ ਗਈ ਸੀ ਕਿ ਇਹ ਕੌਣ ਹੈ। ਦਰਅਸਲ ਉਹ ਰਾਜ ਸਨ, ਜੋ ਆਪਣੇ ਮਾਤਾ ਪਿਤਾ ਦੇ ਨਾਲ ਦੀਦੀ ਦਾ ਰਿਸ਼ਤਾ ਲੈ ਕੇ ਆਏ ਸਨ। ਉਹਨਾਂ ਦਾ ਘਰ ਅਤੇ ਕੰਮਕਾਜ ਬਹੁਤ ਚੰਗਾ ਸੀ। ਪਾਪਾ ਦੀ ਇਹੀ ਇੱਛਾ ਸੀ ਕਿ ਦੀਦੀ ਦਾ ਵਿਆਹ ਆਪਣੇ ਪਰਿਵਾਰ ਵਿੱਚ ਹੀ ਹੋਵੇ, ਪਰ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਇਸ ਰਿਸ਼ਤੇ ਵਿੱਚ ਦੀਦੀ ਦੀ ਵੀ ਰਜ਼ਾਮੰਦੀ ਹੈ ਤਾਂ ਉਹਨਾਂ ਨੇ ਦੀਦੀ ਦੀਆਂ ਖੁਸ਼ੀਆਂ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ। ਪਾਪਾ ਨੇ ਦੀਦੀ ਦੇ ਰਿਸ਼ਤੇ ਲਈ ਹਾਂ ਕਰ ਦਿੱਤੀ। ਅੱਜ ਮੈਂ ਬਹੁਤ ਖੁਸ਼ ਹੋਈ ਸੀ, ਕਿਉਂਕਿ ਮੇਰੀ ਦੀਦੀ ਦੇ ਚਿਹਰੇ ਉੱਤੇ ਬਹੁਤ ਦਿਨਾਂ ਦੇ ਬਾਅਦ ਸੱਚੀ ਖੁਸ਼ੀ ਦਾ ਅਹਿਸਾਸ ਚਮਕ ਰਿਹਾ ਸੀ। ਮੈਂ ਮੁਸਕਰਾਉਂਦੇ ਹੋਏ ਆਪਣੀ ਦੀਦੀ ਦੇ ਚਿਹਰੇ ਨੂੰ ਵੇਖ ਰਹੀ ਸੀ। ਉਦੋਂ ਮੈਨੂੰ ਜੀਜੂ ਦੀ ਆਵਾਜ਼ ਸੁਣਾਈ ਦਿੱਤੀ। ਰਾਜ ਜੀਜੂ ਮੈਨੂੰ ਕਹਿ ਰਹੇ ਸਨ, ਸਾਲੀ ਸਾਹਿਬਾ, ਹੁਣ ਤਾਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਜੇਕਰ ਕੋਈ ਮੁਸ਼ਕਿਲ ਹੈ ਤਾਂ ਮੈਨੂੰ ਦੱਸੋ, ਮੈਂ ਹੁਣੇ ਹੱਲ ਕਰ ਦਿੰਦਾ ਹਾਂ। ਰਾਜ ਜੀਜੂ ਦੀ ਗੱਲ ਸੁਣ ਕੇ ਮੈਂ ਮੁਸਕਰਾਉਂਦੇ ਹੋਏ ਉਹਨਾਂ ਵੱਲ ਵੇਖਿਆ ਅਤੇ ਸਿਰ ਹਿਲਾਉਂਦੇ ਹੋਏ ਬੋਲੀ, ਨਹੀਂ ਨਹੀਂ ਜੀਜਾ ਜੀ, ਕੋਈ ਸਮੱਸਿਆ ਨਹੀਂ ਹੈ। ਤੁਸੀਂ ਆ ਗਏ ਇਹੀ ਕਾਫੀ ਹੈ। ਬਸ ਇੰਨਾ ਯਾਦ ਰੱਖਣਾ, ਅਸੀਂ ਆਪਣੀ ਦੀਦੀ ਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਹੈ। ਉਹਨਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਮੈਂ ਨਖਰੇ ਨਾਲ ਬੋਲੀ ਅਤੇ ਜੀਜਾ ਜੀ ਨੇ ਜ਼ੋਰਦਾਰ ਹੱਸੀ ਦੇ ਨਾਲ ਕਿਹਾ, ਜੀ ਜੀ ਸਾਲੀ ਸਾਹਿਬਾ, ਹੁਣ ਤਾਂ ਕੋਈ ਗਲਤੀ ਨਹੀਂ ਹੋਏਗੀ, ਕਿਉਂਕਿ ਹੁਣ ਅਸੀਂ ਤੁਹਾਨੂੰ ਜੋ ਮਿਲ ਲਈ। ਰਾਜ ਜੀਜੂ ਜੋ ਕੁਝ ਵੀ ਕਹਿ ਰਹੇ ਸਨ ਉਹ ਮੈਨੂੰ ਹੈਰਾਨ ਕਰ ਰਿਹਾ ਸੀ, ਕਿਉਂਕਿ ਉਹਨਾਂ ਦਾ ਅੰਦਾਜ਼ ਕੁਝ ਅਜੀਬ ਸੀ। ਮੈਂ ਚੌਂਕ ਕੇ ਉਹਨਾਂ ਵੱਲ ਵੇਖਿਆ, ਪਰ ਉਹਨਾਂ ਦੇ ਚਿਹਰੇ ਦੀ ਮੁਸਕਾਨ ਨਾਲ ਸਮਝ ਗਈ ਸੀ ਕਿ ਉਹ ਮਜ਼ਾਕ ਕਰ ਰਹੇ ਸਨ। ਫਿਰ ਪਾਪਾ ਅਤੇ ਰਾਜ ਜੀਜੂ ਦੇ ਪਿਤਾ ਜੀ ਮਿਲ ਕੇ ਦੀਦੀ ਦੇ ਵਿਆਹ ਦੀ ਤਰੀਕ ਪੱਕੀ ਕਰ ਲਈ। ਵਿਆਹ ਕੁਝ ਮਹੀਨਿਆਂ ਬਾਅਦ ਹੀ ਤੈਅ ਕੀਤਾ ਗਿਆ ਸੀ। ਸਭ ਕੁਝ ਬਹੁਤ ਜਲਦੀ ਹੋ ਰਿਹਾ ਸੀ। ਮਾਂ ਪਾਪਾ ਕਾਫੀ ਉਦਾਸ ਸਨ। ਦੀਦੀ ਘਰ ਦੀ ਰੌਣਕ ਸੀ। ਪਹਿਲੀ ਔਲਾਦ ਮਾਤਾ ਪਿਤਾ ਲਈ ਬਹੁਤ ਮਾਇਨੇ ਰੱਖਦੀ ਹੈ। ਇਹੀ ਹਾਲ ਮੇਰੇ ਮਾਤਾ ਪਿਤਾ ਦਾ ਵੀ ਸੀ। ਮੈਂ ਵੀ ਬਹੁਤ ਉਦਾਸ ਸੀ। ਅਖੀਰ ਦੀਦੀ ਮੇਰੀ ਰੂਮਮੇਟ ਸੀ, ਮੇਰੇ ਹਰ ਦੁੱਖ ਸੁੱਖ ਦੀ ਸਾਥੀ ਸੀ। ਸਾਡੇ ਦੋਨਾਂ ਦੀ ਬਹੁਤ ਚੰਗੀ ਦੋਸਤੀ ਸੀ। ਹਾਂ, ਅਸੀਂ ਦੋਨੇ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਇੱਕ ਦੂਜੇ ਨਾਲ ਜ਼ਿਆਦਾ ਗੱਲਾਂ ਨਹੀਂ ਕਰਦੇ ਸੀ, ਕਿਉਂਕਿ ਦੀਦੀ ਮੇਰੇ ਤੋਂ ਉਮਰ ਵਿੱਚ ਵੱਡੀ ਸੀ ਅਤੇ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਸੀ। ਉੱਥੇ ਹੀ ਦੀਦੀ ਵੀ ਮੈਨੂੰ ਛੋਟਾ ਸਮਝ ਕੇ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਕੁਝ ਨਹੀਂ ਦੱਸਦੀ ਸੀ। ਪਰ ਇਸ ਦੇ ਬਾਵਜੂਦ ਜੇਕਰ ਅਸੀਂ ਦੋਨੇ ਕਿਸੇ ਮੁਸੀਬਤ ਵਿੱਚ ਆ ਜਾਂਦੇ ਤਾਂ ਇੱਕ ਦੂਜੇ ਨੂੰ ਜ਼ਰੂਰ ਯਾਦ ਕਰਦੇ ਸਨ। ਇਹੀ ਸਭ ਸੋਚ ਕੇ ਮੈਂ ਕਾਫੀ ਭਾਵੁਕ ਹੋ ਗਈ ਸੀ। ਹੁਣੇ ਮੈਂ ਲਾਊਂਜ ਵਿੱਚ ਹੀ ਬੈਠੀ ਹੋਈ ਸੀ ਜਦੋਂ ਅਚਾਨਕ ਸਾਡੇ ਘਰ ਦੇ ਦਰਵਾਜ਼ੇ ਉੱਤੇ ਘੰਟੀ ਵੱਜੀ। ਮੈਂ ਹੈਰਾਨ ਹੋਈ ਕਿ ਇਸ ਸਮੇਂ ਕੌਣ ਆ ਸਕਦਾ ਹੈ। ਦੀਦੀ, ਮਾਂ ਤੇ ਪਾਪਾ ਤਿੰਨੇ ਹੀ ਸ਼ਾਪਿੰਗ ਲਈ ਬਾਜ਼ਾਰ ਗਏ ਹੋਏ ਸਨ। ਇਹ ਸੋਚ ਕੇ ਮੈਂ ਦਰਵਾਜ਼ੇ ਵੱਲ ਵਧੀ ਕਿ ਹੋ ਸਕਦਾ ਹੈ ਕੋਈ ਰਿਸ਼ਤੇਦਾਰ ਆ ਗਿਆ ਹੋਏ, ਪਰ ਮੈਨੂੰ ਪਤਾ ਨਹੀਂ ਸੀ ਕਿ ਅੱਜ ਮੇਰੇ ਨਾਲ ਕੀ ਹੋਣ ਵਾਲਾ ਹੈ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਕੋਈ ਹੋਰ ਨਹੀਂ ਸਗੋਂ ਦੀਦੀ ਦੇ ਮੰਗੇਤਰ ਰਾਜੂ ਜੀਜੂ ਮੁਸਕਰਾਹਟ ਭਰਿਆ ਚਿਹਰਾ ਲਈ ਖੜੇ ਸਨ। ਮੈਂ ਹੈਰਾਨ ਰਹਿ ਗਈ ਸੀ। ਉਹ ਮੈਨੂੰ ਹੈਲੋ ਕਹਿੰਦੇ ਹੋਏ ਘਰ ਦੇ ਅੰਦਰ ਆ ਗਏ। ਇੱਕ ਪਲ ਲਈ ਮੈਨੂੰ ਥੋੜਾ ਅਜੀਬ ਲੱਗਿਆ, ਕਿਉਂਕਿ ਘਰ ਵਿੱਚ ਕੋਈ ਨਹੀਂ ਸੀ, ਇਸ ਲਈ ਮੈਂ ਘਬਰਾ ਗਈ ਸੀ। ਮੈਂ ਕੁਝ ਕਹਿੰਦੀ ਇਸ ਤੋਂ ਪਹਿਲਾਂ ਹੀ ਉਹ ਸੋਫੇ ਉੱਤੇ ਬੈਠਦੇ ਹੋਏ ਬੋਲੇ, ਸਾਲੀ ਸਾਹਿਬਾ, ਤੁਹਾਨੂੰ ਸੱਪ ਕਿਉਂ ਸੁੰਘ ਗਿਆ ਹੈ ਕਿ ਮੈਂ ਇੱਥੇ ਨਹੀਂ ਆ ਸਕਦਾ? ਹੁਣ ਤਾਂ ਮੈਂ ਤੁਹਾਡੀ ਦੀਦੀ ਦਾ ਮੰਗੇਤਰ ਹਾਂ। ਉਹ ਸ਼ਰਾਰਤੀ ਲਹਿਜੇ ਵਿੱਚ ਬੋਲੇ ਸਨ। ਮੈਨੂੰ ਲੱਗ ਰਿਹਾ ਸੀ ਜੀਜੂ ਆਪਣੀ ਸਾਲੀ ਨਾਲ ਮਜ਼ਾਕ ਕਰ ਰਹੇ ਹਨ। ਉਦੋਂ ਮੈਂ ਹੱਸ ਰਹੀ ਸੀ। ਮੈਂ ਮੁਸਕਰਾਉਂਦੇ ਹੋਏ ਤੁਰੰਤ ਆਪਣੇ ਸਿਰ ਨੂੰ ਝਟਕਿਆ ਅਤੇ ਉਹਨਾਂ ਦੇ ਕੋਲ ਜਾ ਕੇ ਬੋਲੀ, ਬਿਲਕੁਲ, ਤੁਸੀਂ ਤਾਂ ਇਸ ਘਰ ਦੇ ਜੁਆਈ ਹੋ, ਤੁਹਾਨੂੰ ਭਲਾ ਕੌਣ ਰੋਕ ਸਕਦਾ ਹੈ? ਦੀਦੀ, ਮਾਂ ਤੇ ਪਾਪਾ ਸ਼ਾਪਿੰਗ ਲਈ ਗਏ ਹੋਏ ਹਨ, ਘਰ ਵਿੱਚ ਕੋਈ ਨਹੀਂ ਹੈ, ਇਸ ਲਈ ਮੈਂ ਥੋੜਾ ਘਬਰਾ ਗਈ ਸੀ। ਤੁਸੀਂ ਦੱਸੋ, ਚਾਹ ਲਓਗੇ ਜਾਂ ਫਿਰ ਠੰਡਾ? ਮੇਰੀ ਗੱਲ ਸੁਣ ਕੇ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਉੱਭਰ ਆਈ ਸੀ। ਉਹ ਮੈਨੂੰ ਵੇਖਦੇ ਹੋਏ ਬੋਲੇ, ਓਏ ਓਏ, ਕੁਝ ਨਹੀਂ ਚਾਹੀਦਾ ਹੈ ਛੁਟਕੀ, ਤੂੰ ਇੱਥੇ ਬੈਠ ਜਾ, ਮੈਂ ਬਸ ਤੁਹਾਡੇ ਨਾਲ ਗੱਲਾਂ ਕਰਨ ਲਈ ਆਇਆ ਹਾਂ। ਰਾਜ ਜੀਜੂ ਦੀ ਗੱਲ ਸੁਣ ਕੇ ਮੇਰੇ ਮੱਥੇ ਉੱਤੇ ਬਲ ਪੈ ਗਏ। ਅਖੀਰ ਉਹ ਮੇਰੇ ਤੋਂ ਕੀ ਗੱਲ ਕਰਨਾ ਚਾਹੁੰਦੇ ਸਨ? ਮੈਂ ਕਿਸੇ ਅਣਜਾਣੇ ਅਹਿਸਾਸ ਨਾਲ ਉਹਨਾਂ ਵੱਲ ਵੇਖਦੇ ਹੋਏ ਬੋਲੀ, ਜੀਜਾ ਜੀ, ਕੀ ਦੀਦੀ ਨੇ ਤੁਹਾਨੂੰ ਨਹੀਂ ਦੱਸਿਆ ਕਿ
ਉਹ ਸ਼ਾਪਿੰਗ ਉੱਤੇ ਜਾ ਰਹੀ ਹੈ। ਕੱਲ ਰਾਤ ਤੁਹਾਡੇ ਦੋਨਾਂ ਦੀ ਗੱਲ ਹੋ ਰਹੀ ਸੀ। ਮੇਰੀ ਗੱਲ ਸੁਣ ਕੇ ਉਹ ਇੱਕਦਮ ਹੜਬੜਾ ਗਏ ਅਤੇ ਮੈਨੂੰ ਵੇਖ ਕੇ ਬੋਲੇ, ਅੱਛਾ ਜੀ, ਯਾਨੀ ਤੁਸੀਂ ਸਾਡੀਆਂ ਗੱਲਾਂ ਸੁਣਦੀ ਹੋ। ਉਂਝ ਇਹ ਕੋਈ ਚੰਗੀ ਗੱਲ ਤਾਂ ਹੈ ਨਹੀਂ। ਅਸੀਂ ਬਹੁਤ ਅਜਿਹੀ ਗੱਲਾਂ ਕਰਦੇ ਹਾਂ ਜੋ ਪ੍ਰਾਈਵੇਟ ਹੁੰਦੀਆਂ ਹਨ। ਉਹਨਾਂ ਦਾ ਲਹਿਜਾ ਥੋੜਾ ਅਜੀਬ ਜਿਹਾ ਸੀ ਅਤੇ ਮੈਂ ਉਹਨਾਂ ਦੀ ਗੱਲ ਸੁਣ ਕੇ ਅਸਹਿਜ ਹੋ ਗਈ ਸੀ। ਉਹ ਨਾ ਜਾਣੇ ਮੈਨੂੰ ਕੀ ਕਹਿਣਾ ਚਾਹ ਰਹੇ ਸਨ। ਮੈਨੂੰ ਉਹਨਾਂ ਦੇ ਸਾਹਮਣੇ ਕੁਝ ਚੰਗਾ ਮਹਿਸੂਸ ਨਹੀਂ ਹੋ ਰਿਹਾ ਸੀ, ਜਾਂ ਸ਼ਾਇਦ ਮੈਂ ਘਰ ਵਿੱਚ ਇਕੱਲੀ ਸੀ, ਇਸ ਲਈ ਮੈਂ ਡਰ ਰਹੀ ਸੀ। ਉਦੋਂ ਮੈਂ ਆਪਣੀ ਜਗ੍ਹਾ ਤੋਂ ਖੜੀ ਹੁੰਦੇ ਹੋਏ ਬੋਲੀ, ਨਹੀਂ, ਸਾਰੀ ਗੱਲਾਂ ਨਹੀਂ ਸੁਣਦੀ, ਬਸ ਕੱਲ ਕਮਰੇ ਵਿੱਚ ਆ ਰਹੀ ਸੀ ਤਾਂ ਕੰਨ ਵਿੱਚ ਪੈ ਗਈ ਅਤੇ ਕੋਈ ਗੱਲ ਨਹੀਂ, ਅੱਛਾ ਹੋਇਆ ਤੁਸੀਂ ਆ ਗਏ। ਮੈਂ ਕਦੋਂ ਤੋਂ ਇਕੱਲੇ ਬੋਰ ਹੋ ਰਹੀ ਸੀ। ਤੁਹਾਡੇ ਲਈ ਚਾਹ ਬਣਾਉਂਦੀ ਹਾਂ, ਫਿਰ ਇਕੱਠੇ ਪੀਂਦੇ ਹਾਂ। ਇਹ ਬੋਲ ਕੇ ਮੈਂ ਝਟਪਟ ਕਿਚਨ ਵੱਲ ਵੱਧ ਗਈ ਸੀ। ਉਦੋਂ ਜੀਜੂ ਵੀ ਮੇਰੇ ਪਿੱਛੇ ਪਿੱਛੇ ਆਉਂਦੇ ਹੋਏ ਬੋਲੇ, ਓਏ ਹੋਏ, ਰਹਿਣ ਦੇ ਛੁਟਕੀ, ਤੂੰ ਮੇਰੇ ਨਾਲ ਗੱਲਾਂ ਕਰ। ਮੈਂ ਤੁਹਾਡੇ ਤੋਂ ਮਿਲਣ ਲਈ ਆਇਆ ਹਾਂ ਅਤੇ ਤੂੰ ਹੈ ਕਿ ਕੰਮ ਵਿੱਚ ਲੱਗ ਗਈ ਹੈ। ਹੁਣੇ ਥੋੜੀ ਦੇਰ ਵਿੱਚ ਤੁਹਾਡੀ ਦੀਦੀ ਆ ਜਾਣਗੇ, ਫਿਰ ਤਾਂ ਟਾਈਮ ਹੀ ਨਹੀਂ ਮਿਲੇਗਾ। ਮੈਂ ਕੁਝ ਅਜੀਬ ਜਿਹਾ ਮਹਿਸੂਸ ਕਰ ਰਹੀ ਸੀ। ਉਹ ਕੁਝ ਜ਼ਿਆਦਾ ਹੀ ਫਰੈਂਡਲੀ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਕਿ ਸਾਡੀ ਮੁਲਾਕਾਤ ਨੂੰ ਜ਼ਿਆਦਾ ਵਕਤ ਨਹੀਂ ਹੋਇਆ ਸੀ। ਫਿਰ ਵੀ ਉਹਨਾਂ ਦਾ ਅੰਦਾਜ਼ ਵੇਖ ਕੇ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ। ਮੈਂ ਇਸ ਤੋਂ ਪਹਿਲਾਂ ਕਿ ਚੁੱਲ੍ਹਾ ਆਨ ਕਰਦੀ, ਉਸ ਤੋਂ ਪਹਿਲਾਂ ਹੀ ਉਹਨਾਂ ਨੇ ਮੇਰਾ ਹੱਥ ਫੜ ਲਿਆ ਅਤੇ ਮੈਨੂੰ ਵੇਖਦੇ ਹੋਏ ਬੋਲੇ, ਓਏ ਰਹਿਣ ਦਿਓ, ਮੈਂ ਕਹਿ ਰਿਹਾ ਹਾਂ ਨਾ, ਤੈਨੂੰ ਸਮਝ ਨਹੀਂ ਆਉਂਦਾ। ਉਹਨਾਂ ਦਾ ਅੰਦਾਜ਼ ਬਹੁਤ ਅਜੀਬ ਸੀ। ਮੈਂ ਝਟਪਟ ਉਹਨਾਂ ਤੋਂ 2 ਕਦਮ ਦੂਰ ਹੋ ਗਈ। ਮੇਰੇ ਉੱਤੇ ਬੇਚੈਨੀ ਛਾ ਰਹੀ ਸੀ। ਘਰ ਵਿੱਚ ਕੋਈ ਨਹੀਂ ਸੀ, ਇਸ ਲਈ ਮੈਂ ਸਹਿਮ ਗਈ ਸੀ। ਉਹ ਮੈਨੂੰ ਵੇਖਦੇ ਹੋਏ ਬੋਲੇ, ਓਏ ਆਓ ਨਾ, ਅਸੀਂ ਦੋਨੇ ਲਾਊਂਜ ਵਿੱਚ ਬੈਠਦੇ ਹਾਂ। ਤੂੰ ਕਿਚਨ ਵਿੱਚ ਚਲੀ ਆਈ ਹੈ। ਮੈਂ ਮਨਾ ਕਰ ਰਿਹਾ ਹਾਂ ਅਤੇ ਤੂੰ ਹੈ ਕਿ ਮੰਨ ਹੀ ਨਹੀਂ ਰਹੀ। ਜਦੋਂ ਕਿ ਮੈਂ ਇਸ ਵਾਰ ਉਹਨਾਂ ਵੱਲ ਵੇਖਿਆ ਵੀ ਨਹੀਂ ਅਤੇ ਉਹਨਾਂ ਦੇ ਮਨਾ ਕਰਨ ਉੱਤੇ ਕੋਈ ਜਵਾਬ ਵੀ ਨਹੀਂ ਦਿੱਤਾ। ਬਸ ਚੁੱਪਚਾਪ ਲਾਊਂਜ ਦੇ ਸੋਫੇ ਉੱਤੇ ਦੂਰ ਬੈਠ ਗਈ। ਨਾ ਜਾਣੇ ਕਿਉਂ ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਉਹ ਇਹ ਸਭ ਜਾਣ ਬੁੱਝ ਕੇ ਕਰ ਰਿਹਾ ਹੈ, ਪਰ ਕਿਉਂ, ਇਹ ਗੱਲ ਮੈਨੂੰ ਸਮਝ ਨਹੀਂ ਆ ਰਹੀ ਸੀ। ਥੋੜੀ ਦੇਰ ਬਾਅਦ ਉਹ ਕਿਚਨ ਤੋਂ ਬਾਹਰ ਆਏ। ਮੈਂ ਲਾਊਂਜ ਵਿੱਚ ਹੀ ਬੈਠੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਉਹ ਮੈਨੂੰ ਵੇਖਦੇ ਹੋਏ ਬੋਲੇ, ਓਏ ਛੁਟਕੀ, ਤੂੰ ਇੰਨੀ ਦੂਰ ਕਿਉਂ ਬੈਠ ਗਈ? ਇੱਥੇ ਆ ਕੇ ਬੈਠੋ, ਮੈਨੂੰ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਹਨ। ਉਹ ਕਿਚਨ ਵਿੱਚੋਂ 2 ਕੱਪ ਚਾਹ ਲੈ ਆਏ। ਇਹ ਵੇਖ ਕੇ ਮੈਂ ਹੋਰ ਜ਼ਿਆਦਾ ਹੈਰਾਨ ਹੋਈ ਸੀ। ਨਾ ਜਾਣੇ ਕਿਉਂ ਉਹ ਮੇਰੇ ਉੱਤੇ ਇੰਨੀ ਦਇਆ ਕਰ ਰਹੇ ਸਨ। ਉਹ ਹੱਸ ਕੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਮੈਂ ਬਹੁਤ ਜ਼ਿਆਦਾ ਉਬ ਚੁੱਕੀ ਸੀ। ਮੇਰਾ ਦਿਲ ਚਾਹ ਰਿਹਾ ਸੀ ਕਿ ਮਾਂ, ਪਾਪਾ ਅਤੇ ਦੀਦੀ ਘਰ ਆ ਜਾਣ। ਕਹਿੰਦੇ ਹਨ ਨਾ, ਜਦੋਂ ਦਿਲ ਤੋਂ ਦੁਆ ਕੀਤੀ ਜਾਵੇ ਤਾਂ ਉੱਪਰ ਵਾਲਾ ਉਸ ਨੂੰ ਜ਼ਰੂਰ ਸੁਣਦਾ ਹੈ। ਮੇਰੀ ਦੁਆ ਵੀ ਕਬੂਲ ਹੋ ਗਈ ਸੀ। ਰਾਜ ਜੀਜੂ ਹੁਣੇ ਆਪਣੀ ਜਗ੍ਹਾ ਤੋਂ ਖੜੇ ਹੋ ਕੇ ਮੇਰੇ ਕੋਲ ਆ ਹੀ ਰਹੇ ਸਨ ਕਿ ਇਸ ਤੋਂ ਪਹਿਲਾਂ ਹੀ ਦਰਵਾਜ਼ੇ ਦੀ ਘੰਟੀ ਵੱਜੀ। ਮੈਂ ਰਾਹਤ ਦੀ ਸਾਹ ਲਈ, ਪਰ ਮੈਂ ਸਾਫ਼ ਤੌਰ ਉੱਤੇ ਰਾਜ ਜੀਜੂ ਦੇ ਚਿਹਰੇ ਉੱਤੇ ਚਿੰਤਾ ਆਉਂਦੇ ਹੋਏ ਮਹਿਸੂਸ ਕੀਤੀ ਸੀ। ਪਰ ਉਸ ਨੂੰ ਆਪਣਾ ਵਹਿਮ ਸਮਝ ਕੇ ਮੈਂ ਦਰਵਾਜ਼ੇ ਵੱਲ ਵੱਧ ਗਈ। ਮੇਰੇ ਸੋਚੇ ਅਨੁਸਾਰ ਦਰਵਾਜ਼ੇ ਉੱਤੇ ਮਾਂ, ਪਾਪਾ ਅਤੇ ਦੀਦੀ ਹੀ ਸਨ, ਜੋ ਸ਼ਾਪਿੰਗ ਬੈਗਸ ਹੱਥ ਵਿੱਚ ਲਈ ਘਰ ਵਿੱਚ ਦਾਖਲ ਹੋਏ ਸਨ। ਪਰ ਸਾਹਮਣੇ ਰਾਜ ਜੀਜੂ ਨੂੰ ਖੜਾ ਵੇਖ ਕੇ ਤਿੰਨਾਂ ਨੂੰ ਹੀ ਹੈਰਾਨੀ ਹੋਈ ਸੀ। ਦੀਦੀ ਜੀਜੂ ਵੱਲ ਵੇਖਦੇ ਹੋਏ ਬੋਲੀ, ਓਏ ਤੁਸੀਂ, ਅੱਜ ਤਾਂ ਤੁਸੀਂ ਕਿਸੇ ਮੀਟਿੰਗ ਦੇ ਸਿਲਸਿਲੇ ਵਿੱਚ ਦੂਜੇ ਸ਼ਹਿਰ ਜਾ ਰਹੇ ਸਨ, ਫਿਰ ਇੱਥੇ ਕਿਵੇਂ ਆਣਾ ਹੋਇਆ? ਦੀਦੀ ਦੀ ਗੱਲ ਸੁਣ ਕੇ ਇੱਕ ਪਲ ਲਈ ਜੀਜੂ ਦੇ ਚਿਹਰੇ ਦਾ ਰੰਗ ਉੱਡ ਗਿਆ। ਫਿਰ ਉਹ ਮੁਸਕਰਾਉਂਦੇ ਹੋਏ ਬੋਲੇ, ਤੁਹਾਡੇ ਬਿਨਾਂ ਦਿਲ ਹੀ ਨਹੀਂ ਕੀਤਾ। ਮੈਂ ਜਾ ਰਿਹਾ ਸੀ ਦੂਜੇ ਸ਼ਹਿਰ, ਪਰ ਅੱਧੇ ਰਸਤੇ ਤੋਂ ਹੀ ਮੈਨੂੰ ਬਹੁਤ ਬੁਰਾ ਮਹਿਸੂਸ ਹੋਇਆ। ਮੈਂ ਜ਼ਿੰਦਗੀ ਵਿੱਚ ਕਦੇ ਤੁਹਾਨੂੰ ਮਨਾ ਨਹੀਂ ਕੀਤਾ, ਪਰ ਅੱਜ ਮਨਾ ਕਰਕੇ ਮੈਨੂੰ ਬਹੁਤ ਜ਼ਿਆਦਾ ਗਲਤੀ ਮਹਿਸੂਸ ਹੋ ਰਹੀ ਸੀ। ਇਸ ਲਈ ਮੈਂ ਘਰ ਆ ਗਿਆ। ਸੋਚਿਆ ਕਿ ਤੁਸੀਂ ਘਰ ਉੱਤੇ ਮਿਲ ਜਾਓਗੇ, ਪਰ ਆਉਣ ਦੇ ਬਾਅਦ ਪਤਾ ਚੱਲਿਆ ਕਿ ਘਰ ਉੱਤੇ ਤਾਂ ਕੋਈ ਨਹੀਂ ਹੈ ਇਲਾਵਾ ਛੁਟਕੀ ਦੇ। ਉਂਝ ਤੁਹਾਡੀ ਛੁਟਕੀ ਬਹੁਤ ਚੰਗੀ ਹੈ। ਉਸਨੇ ਮੇਰੀ ਬਹੁਤ ਖਾਤਰਦਾਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡੀ ਕ੍ਰਿਸ਼ਮਾ ਇੰਨੀ ਛੋਟੀ ਹੈ ਕਿ ਮੇਰਾ ਬਿਲਕੁਲ ਦਿਲ ਨਹੀਂ ਕੀਤਾ ਸੀ ਕਿ ਉਸ ਤੋਂ ਕੋਈ ਕੰਮ ਕਰਵਾਵਾਂ। ਜੀਜੂ ਦੀ ਗੱਲ ਸੁਣ ਕੇ ਮੇਰੇ ਦਿਲ ਵਿੱਚ ਜੋ ਵੀ ਬੁਰੇ ਖਿਆਲ ਆਏ ਸਨ, ਉਹਨਾਂ ਸਭ ਉੱਤੇ ਮੈਨੂੰ ਅਫਸੋਸ ਹੋਇਆ। ਉਹ ਤਾਂ ਇੰਨੇ ਚੰਗੇ ਇਨਸਾਨ ਸਨ ਅਤੇ ਇੰਨੀ ਚੰਗੀ ਤਰ੍ਹਾਂ ਵਰਤਾਵ ਕਰ ਰਹੇ ਸਨ। ਜੀਜੂ ਦੀ ਗੱਲ ਸੁਣ ਕੇ ਮੇਰੀ ਦੀਦੀ ਦੀਆਂ ਅੱਖਾਂ ਵਿੱਚ ਵੀ ਚਮਕ ਉੱਠੀ ਸੀ ਅਤੇ ਉਹਨਾਂ ਦੇ ਚਿਹਰੇ ਉੱਤੇ ਵੀ ਮੁਸਕਾਨ ਆ ਗਈ ਸੀ। ਮਾਂ, ਪਾਪਾ ਵੀ ਬੇਹੱਦ ਖੁਸ਼ ਸਨ। ਉਹ ਸਮਝ ਗਏ ਸਨ ਕਿ ਦੀਦੀ ਲਈ ਉਹਨਾਂ ਤੋਂ ਬਿਹਤਰ ਕੋਈ ਹੋਰ ਹੋ ਹੀ ਨਹੀਂ ਸਕਦਾ। ਇਹ ਖਿਆਲ ਮੇਰਾ ਵੀ ਸੀ
ਅਸੀਂ ਲੋਕ ਉਹਨਾਂ ਦੇ ਨਾਲ ਬੈਠ ਕੇ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ। ਹੁਣ ਮੈਨੂੰ ਉਹਨਾਂ ਨਾਲ ਗੱਲ ਕਰਦੇ ਹੋਏ ਬਿਲਕੁਲ ਬੇਚੈਨੀ ਮਹਿਸੂਸ ਨਹੀਂ ਹੋ ਰਹੀ ਸੀ, ਸਗੋਂ ਮੈਂ ਵੱਧ ਚੜ ਕੇ ਗੱਲਾਂ ਵਿੱਚ ਹਿੱਸਾ ਲੈ ਰਹੀ ਸੀ। ਇਹੀ ਵਜ੍ਹਾ ਸੀ ਕਿ ਇੱਕ ਦੋ ਵਾਰ ਮੈਨੂੰ ਥੋੜੀ ਜਿਹੀ ਉਲਝਣ ਵੀ ਹੋਈ ਸੀ, ਪਰ ਇਹ ਸੋਚ ਕੇ ਮੈਂ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਜੀਜੂ ਦਾ ਨੇਚਰ ਹੀ ਅਜਿਹਾ ਹੈ। ਸਮਾਂ ਗੁਜ਼ਰਦਾ ਜਾ ਰਿਹਾ ਸੀ, ਦਿਨ ਆਪਣੀ ਰਫ਼ਤਾਰ ਦੇ ਮੁਤਾਬਕ ਗੁਜ਼ਰ ਰਹੇ ਸਨ ਅਤੇ ਵਿਆਹ ਦਾ ਦਿਨ ਵੀ ਕਰੀਬ ਆ ਗਿਆ ਸੀ। ਹਰ ਪਾਸੇ ਗਹਿਮਾ ਗਹਿਮੀ ਦਾ ਮਾਹੌਲ ਸੀ। ਕੋਈ ਢੋਲਕ ਵਜਾ ਰਿਹਾ ਸੀ ਤਾਂ ਕੋਈ ਡਾਂਸ ਦੀ ਪ੍ਰੈਕਟਿਸ ਕਰ ਰਿਹਾ ਸੀ, ਕੋਈ ਆਪਣੀਆਂ ਗੱਲਾਂ ਕਰ ਰਿਹਾ ਸੀ ਤਾਂ ਕੋਈ ਆਪਣੇ ਕੱਪੜੇ ਠੀਕ ਕਰ ਰਿਹਾ ਸੀ। ਕਿਸੇ ਦਾ ਕੋਈ ਸਮਾਨ ਨਹੀਂ ਮਿਲ ਰਿਹਾ ਸੀ ਤਾਂ ਕੋਈ ਮਹਿੰਦੀ ਲਵਾ ਰਿਹਾ ਸੀ। ਮੈਂ ਇਹ ਸਭ ਵੇਖ ਕੇ ਬਹੁਤ ਖੁਸ਼ ਸੀ। ਮਾਂ ਅਤੇ ਮੈਂ ਸਭ ਦਾ ਧਿਆਨ ਰੱਖ ਰਹੇ ਸਨ। ਦੀਦੀ ਤੋਂ ਅਸੀਂ ਕੋਈ ਕੰਮ ਨਹੀਂ ਕਰਵਾਇਆ ਸੀ। ਆਖਿਰਕਾਰ ਉਹ ਸਾਡੇ ਘਰ ਨੂੰ ਛੱਡ ਕੇ ਜਾਣ ਵਾਲੀ ਸੀ। ਹੁਣ ਉਹਨਾਂ ਤੋਂ ਕੰਮ ਕਰਵਾਉਣਾ ਕੋਈ ਚੰਗੀ ਗੱਲ ਨਹੀਂ ਹੁੰਦੀ। ਇੰਜ ਹੀ ਬਰਾਤ ਦਾ ਦਿਨ ਵੀ ਆ ਗਿਆ ਸੀ। ਅੱਜ ਮੇਰੀ ਦੀਦੀ ਘਰ ਤੋਂ ਵਿਦਾ ਹੋਣ ਵਾਲੀ ਸੀ। ਮੈਂ ਅਤੇ ਮਾਂ ਬਹੁਤ ਭਾਵੁਕ ਹੋ ਰਹੇ ਸਨ। ਪਾਪਾ ਵੀ ਕਈ ਵਾਰ ਆਪਣੇ ਦੁੱਖ ਦਾ ਇਜ਼ਹਾਰ ਕਰ ਚੁੱਕੇ ਸਨ। ਦੀਦੀ ਵੀ ਬੇਹੱਦ ਉਦਾਸ ਸੀ ਅਤੇ ਥੋੜੀ ਖੁਸ਼ ਵੀ ਵਿਖ ਰਹੀ ਸੀ। ਆਖਿਰਕਾਰ ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਲਾੜਾ ਜੋ ਮਿਲਣ ਵਾਲਾ ਸੀ। ਸਭ ਲੋਕ ਵਿਆਹ ਹਾਲ ਵਿੱਚ ਪਹੁੰਚ ਗਏ ਸਨ। ਮੈਂ ਦਰਵਾਜ਼ੇ ਉੱਤੇ ਹੀ ਖੜੀ ਹੋ ਕੇ ਜੀਜੂ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਅਖੀਰ ਉਹਨਾਂ ਨੂੰ ਰੋਕ ਕੇ ਮੈਨੂੰ ਮੋਟੀ ਰਕਮ ਜੋ ਲੈਣੀ ਸੀ, ਮੇਰੇ ਨਾਲ ਮੇਰੀ ਸਹੇਲੀਆਂ ਅਤੇ ਮੇਰੀ ਕਜ਼ਨਜ਼ ਵੀ ਖੜੀ ਹੋਈ ਸੀ। ਕੁਝ ਪਲਾਂ ਬਾਅਦ ਅਸਮਾਨ ਵਿੱਚ ਆਤਿਸ਼ਬਾਜ਼ੀ ਹੋਣ ਲੱਗੀ ਅਤੇ ਢੋਲ ਨਗਾਰੇ ਵੱਜਣ ਲੱਗੇ, ਜਿਸ ਦਾ ਮਤਲਬ ਸੀ ਕਿ ਜੀਜੂ ਆ ਚੁੱਕੇ ਹਨ। ਬਰਾਤ ਬੜੇ ਧੂਮਧਾਮ ਨਾਲ ਆਈ ਸੀ। ਅਸੀਂ ਸਭ ਮੁਸਕਰਾਉਂਦੇ ਹੋਏ ਜੀਜੂ ਨੂੰ ਵੇਖ ਰਹੇ ਸਨ, ਜੋ ਘੋੜੇ ਉੱਤੇ ਬੈਠੇ ਬਹੁਤ ਜੋਸ਼ ਵਿੱਚ ਨਜ਼ਰ ਆ ਰਹੇ ਸਨ। ਉਹਨਾਂ ਨੂੰ ਘੋੜੇ ਤੋਂ ਉਤਾਰਿਆ ਗਿਆ ਅਤੇ ਮਾਂ ਨੇ ਉਹਨਾਂ ਦਾ ਬੜੇ ਚੰਗੇ ਨਾਲ ਸਵਾਗਤ ਕੀਤਾ। ਪਰ ਜਿਵੇਂ ਹੀ ਉਹ ਵਿਆਹ ਹਾਲ ਵਿੱਚ ਦਾਖਲ ਹੋਣ ਲੱਗੇ, ਅਸੀਂ ਸਹੇਲੀਆਂ ਅਤੇ ਕਜ਼ਨ ਉਹਨਾਂ ਦੇ ਸਾਹਮਣੇ ਆ ਗਏ। ਮੈਂ ਆਪਣੇ ਸੀਨੇ ਉੱਤੇ ਹੱਥ ਬੰਨ੍ਹਦੇ ਹੋਏ ਕਿਹਾ, ਜੇਕਰ ਦੀਦੀ ਨਾਲ ਮਿਲਣਾ ਹੈ ਤਾਂ ਪੈਸੇ ਦੇਣੇ ਪੈਣਗੇ। ਇੱਦਾਂ ਤਾਂ ਅਸੀਂ ਤੁਹਾਨੂੰ ਅੰਦਰ ਕਿਸੇ ਵੀ ਸੂਰਤ ਵਿੱਚ ਨਹੀਂ ਜਾਣ ਦੇਵਾਂਗੇ। ਮੈਨੂੰ ਲੱਗਾ ਸੀ ਕਿ ਹੁਣ ਬਹਿਸ ਹੋਵੇਗੀ, ਉਹਨਾਂ ਵੱਲੋਂ ਕੁਝ ਕਿਹਾ ਜਾਵੇਗਾ, ਅਸੀਂ ਕੁਝ ਕਹਾਂਗੇ ਤਾਂ ਮਜ਼ਾ ਆਵੇਗਾ। ਪਰ ਅਚਾਨਕ ਹੀ ਜੀਜੂ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਇੱਕ ਭਾਰੀ ਰਕਮ ਮੇਰੀ ਹਥੇਲੀ ਉੱਤੇ ਰੱਖਦੇ ਹੋਏ ਬੋਲੇ, ਸਾਲੀ ਸਾਹਿਬਾ, ਤੁਹਾਡੇ ਲਈ ਤਾਂ ਅਸੀਂ ਆਪਣੀ ਪੂਰੀ ਜਾਇਦਾਦ ਵਾਰ ਦੇਵਾਂਗੇ। ਭਲਾ ਇਹ ਰਕਮ ਕੀ ਮਾਇਨੇ ਰੱਖਦੀ ਹੈ? ਜੇਕਰ ਹੁਣ ਇਜਾਜ਼ਤ ਹੋਵੇ ਤਾਂ ਅਸੀਂ ਅੰਦਰ ਆ ਸਕਦੇ ਹਾਂ। ਜੀਜੂ ਦੇ ਇਸ ਮਜ਼ਾਕ ਉੱਤੇ ਮੇਰੀ ਸਹੇਲੀ ਅਤੇ ਕਜ਼ਨ ਸਭ ਹੱਸ ਰਹੀ ਸੀ ਅਤੇ ਮੈਂ ਵੀ ਮੁਸਕਰਾਈ ਸੀ। ਉਦੋਂ ਜੀਜੂ ਮੇਰੀਆਂ ਗੱਲਾਂ ਉੱਤੇ ਚੁਟਕੀ ਕੱਟਦੇ ਹੋਏ ਬੋਲੇ, ਚੱਲ ਆਓ ਤੁਹਾਡੀ ਦੀਦੀ ਨਾਲ ਮੁਲਾਕਾਤ ਕਰਦੇ ਹਾਂ। ਮੈਂ ਅਚਾਨਕ ਸ਼ਰਮ ਨਾਲ ਲਾਲ ਹੋ ਗਈ ਸੀ। ਉਹਨਾਂ ਦਾ ਇਹ ਅੰਦਾਜ਼ ਮੈਨੂੰ ਥੋੜਾ ਅਜੀਬ ਲੱਗਿਆ ਸੀ। ਮੈਂ ਬਹੁਤ ਸ਼ਾਂਤ ਸੁਭਾਅ ਦੀ ਕੁੜੀ ਸੀ, ਜ਼ਿਆਦਾ ਗੱਲਾਂ ਕਰਨਾ ਮੈਨੂੰ ਪਸੰਦ ਨਹੀਂ ਸੀ। ਇਸ ਲਈ ਅਸੀਂ ਦੋਨੇ ਭੈਣਾਂ ਥੋੜੀ ਵੱਖ ਸੀ। ਦੀਦੀ ਦੇ ਹੋਣ ਵਾਲੇ ਪਤੀ ਦੇ ਨਾਲ ਮੈਂ ਸਟੇਜ ਤੱਕ ਆਈ ਸੀ, ਜਦੋਂ ਕਿ ਦੀਦੀ ਮੁਸਕਰਾ ਕੇ ਸਾਨੂੰ ਦੋਨਾਂ ਨੂੰ ਵੇਖ ਰਹੀ ਸੀ। ਥੋੜੀ ਹੀ ਦੇਰ ਵਿੱਚ ਵਿਆਹ ਦੀ ਸਾਰੀ ਰਸਮ ਅਦਾ ਕਰ ਦਿੱਤੀ ਗਈ ਸੀ। ਮੇਰੀ ਦੀਦੀ ਹਮੇਸ਼ਾ ਲਈ ਰਾਜੂ ਜੀਜੂ ਦੀ ਹੋ ਗਈ ਸੀ ਅਤੇ ਅਸੀਂ ਬਸ ਹੰਝੂ ਰੋੜਦੇ ਰਹਿ ਗਏ ਸੀ। ਮੇਰਾ ਦਿਲ ਬਹੁਤ ਉਦਾਸ ਸੀ, ਕਿਉਂਕਿ ਮੈਂ ਆਪਣੀ ਜ਼ਿੰਦਗੀ ਦੀ ਹਰ ਤਕਲੀਫ ਦੀਦੀ ਕੋਲ ਹੀ ਲੈ ਕੇ ਜਾਂਦੀ ਸੀ। ਇਸ ਲਈ ਅੱਜ ਉਹਨਾਂ ਦਾ ਜਾਣਾ ਮੈਨੂੰ ਬਹੁਤ ਜ਼ਿਆਦਾ ਤਕਲੀਫ ਦੇ ਰਿਹਾ ਸੀ। ਥੋੜੀ ਦੇਰ ਬਾਅਦ ਹੀ ਵਿਦਾਈ ਦਾ ਰੌਲਾ ਉੱਠ ਗਿਆ ਅਤੇ ਇਹ ਸਭ ਮੇਰੇ ਤੋਂ ਬਿਲਕੁਲ ਵੀ ਸਹਿਣ ਨਹੀਂ ਹੋ ਰਿਹਾ ਸੀ। ਮੈਂ ਚੁੱਪਚਾਪ ਇੱਕ ਕੋਨੇ ਵਿੱਚ ਜਾ ਕੇ ਬੈਠ ਗਈ। ਮੇਰੀਆਂ ਅੱਖਾਂ ਹੇਠਾਂ ਸੀ ਅਤੇ ਮੇਰਾ ਦਿਲ ਬਹੁਤ ਉਦਾਸ ਸੀ, ਜਦੋਂ ਅਚਾਨਕ ਮੈਨੂੰ ਆਪਣੇ ਮੋਢੇ ਉੱਤੇ ਇੱਕ ਮਰਦਾਨਾ ਹੱਥ ਮਹਿਸੂਸ ਹੋਇਆ। ਮੈਂ ਪਲਟ ਕੇ ਵੇਖਿਆ ਤਾਂ ਜੀਜੂ ਮੇਰੇ ਪਿੱਛੇ ਖੜੇ ਸਨ। ਇੱਕ ਪਲ ਲਈ ਮੈਂ ਸਹਿਮ ਗਈ ਸੀ। ਉਹ ਮੈਨੂੰ ਵੇਖਦੇ ਹੋਏ ਬੋਲੇ, ਓਏ ਸਾਲੀ ਸਾਹਿਬਾ, ਤੁਸੀਂ ਕਿਉਂ ਵਿਆਕੁਲ ਹੋ ਰਹੀ ਹੋ? ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੀ ਦੀਦੀ ਨੂੰ ਬਹੁਤ ਖੁਸ਼ ਰੱਖਾਂਗੇ ਅਤੇ ਤੁਸੀਂ ਵੀ, ਇਸ ਲਈ ਬਿਲਕੁਲ ਪਰੇਸ਼ਾਨ ਨਾ ਹੋ। ਜੀਜੂ ਨੇ ਇੰਨਾ ਕਹਿ ਕੇ ਇੱਕ ਵਾਰ ਫਿਰ ਮੇਰੀਆਂ ਗੱਲਾਂ ਨੂੰ ਖਿੱਚਿਆ ਸੀ। ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ। ਇਹ ਕਿਵੇਂ ਦਾ ਅਹਿਸਾਸ ਸੀ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਨਾ ਜਾਣੇ ਕਿਉਂ ਹੁਣ ਮੈਨੂੰ ਜੀਜੂ ਤੋਂ ਬੇਚੈਨੀ ਹੋਣ ਲੱਗੀ ਸੀ। ਥੋੜੀ ਦੇਰ ਬਾਅਦ ਹੀ ਦੀਦੀ ਹਮੇਸ਼ਾ ਲਈ ਸਾਨੂੰ ਛੱਡ ਕੇ ਆਪਣੇ ਘਰ ਚਲੀ ਗਈ ਸੀ। ਮੈਂ, ਮਾਂ ਤੇ ਪਾਪਾ ਬਹੁਤ ਰੋਏ ਸਨ। ਉਹਨਾਂ ਦੀ ਜੁਦਾਈ ਨੇ ਸਾਨੂੰ ਸਾਰਿਆਂ ਨੂੰ ਉਦਾਸ ਕਰ ਦਿੱਤਾ ਸੀ। ਵਕਤ ਗੁਜ਼ਰਨ ਲੱਗਾ ਸੀ। ਦੀਦੀ ਦੇ ਵਿਆਹ ਨੂੰ 1 ਹਫ਼ਤੇ ਦਾ ਵਕਤ ਹੋ ਚੁੱਕਿਆ ਸੀ। ਰਿਸੈਪਸ਼ਨ ਦੀ ਰਸਮ ਵੀ ਬਹੁਤ ਚੰਗੇ ਨਾਲ ਹੋ ਗਈ ਸੀ। ਅੱਜ ਦੀਦੀ ਅਤੇ ਜੀਜੂ ਦੀ ਦਾਵਤ ਸੀ। ਸਭ ਕੁਝ ਬਹੁਤ ਚੰਗੇ ਨਾਲ ਤਿਆਰ ਕੀਤਾ ਗਿਆ ਸੀ। ਮੈਂ ਵੀ ਬਹੁਤ ਖੁਸ਼ ਸੀ, ਕਿਉਂਕਿ ਕਾਫੀ ਦਿਨਾਂ ਬਾਅਦ
ਦੀਦੀ ਨਾਲ ਮਿਲਣ ਦਾ ਮੌਕਾ ਮਿਲ ਰਿਹਾ ਸੀ। ਮੈਂ ਲਾਲ ਰੰਗ ਦਾ ਸੂਟ ਪਾਇਆ ਸੀ ਜੋ ਮੇਰੀ ਦੁਧੀਆ ਰੰਗਤ ਉੱਤੇ ਖੂਬ ਜੱਚ ਰਿਹਾ ਸੀ। ਉੱਪਰ ਵਾਲੇ ਨੇ ਮੈਨੂੰ ਬਹੁਤ ਖੂਬਸੂਰਤ ਬਣਾਇਆ ਸੀ। ਲੋਕ ਕਹਿੰਦੇ ਸਨ ਕਿ ਮੇਰੀਆਂ ਅੱਖਾਂ ਬਹੁਤ ਖੂਬਸੂਰਤ ਹਨ ਅਤੇ ਮੈਨੂੰ ਵੀ ਇਹੀ ਲੱਗਦਾ ਸੀ। ਥੋੜੀ ਦੇਰ ਗੁਜ਼ਰਨ ਦੇ ਬਾਅਦ ਦੀਦੀ ਅਤੇ ਜੀਜੂ ਘਰ ਆ ਗਏ ਸਨ। ਖਾਣਾ ਕਾਫੀ ਖੁਸ਼ਨੁਮਾ ਮਾਹੌਲ ਵਿੱਚ ਖਾਧਾ ਗਿਆ ਸੀ। ਜੀਜੂ ਅੱਜ ਜ਼ਰੂਰਤ ਤੋਂ ਜ਼ਿਆਦਾ ਮੇਰੀ ਤਾਰੀਫ ਕਰ ਰਹੇ ਸਨ ਕਿ ਮੈਂ ਬਹੁਤ ਖੂਬਸੂਰਤ ਲੱਗ ਰਹੀ ਹਾਂ। ਮੈਂ ਬਹੁਤ ਚੰਗੀ ਤਰ੍ਹਾਂ ਬਾਲ ਬਣਾਏ ਸਨ। ਦੀਦੀ ਵੀ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਇਹੀ ਵਜ੍ਹਾ ਸੀ ਕਿ ਅਸੀਂ ਸਭ ਸੰਤੁਸ਼ਟ ਹੋ ਗਏ ਸਨ। ਮੈਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ। ਜੀਜੂ ਦਾ ਵਾਰ-ਵਾਰ ਮੇਰੀ ਤਾਰੀਫ ਕਰਨਾ ਮੈਨੂੰ ਖੁਸ਼ੀ ਨਾਲ ਨਿਹਾਲ ਕਰ ਗਿਆ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਤਾਰੀਫਾਂ ਮੇਰੇ ਗਲੇ ਦਾ ਫੰਦਾ ਬਣਨ ਵਾਲੀ ਹੈ। ਵਕਤ ਗੁਜ਼ਰਦਾ ਜਾ ਰਿਹਾ ਸੀ ਅਤੇ ਦੀਦੀ ਅਤੇ ਜੀਜੂ ਦੇ ਵਿਆਹ ਨੂੰ ਹੁਣ 6 ਮਹੀਨੇ ਹੋਣ ਵਾਲੇ ਸਨ। ਜਦੋਂ ਵੀ ਜੀਜੂ ਸਾਡੇ ਘਰ ਆਉਂਦੇ ਸਨ ਤਾਂ ਉਹਨਾਂ ਦੇ ਬੁੱਲ੍ਹਾਂ ਉੱਤੇ ਬਸ ਇੱਕ ਹੀ ਗੱਲ ਹੁੰਦੀ ਸੀ, ਸਾਡੀ ਛੁਟਕੀ ਬਹੁਤ ਚੰਗੀ ਹੈ, ਕਿਸੇ ਵੀ ਘਰ ਵਿੱਚ ਜਾਵੇਗੀ ਤਾਂ ਉਸ ਘਰ ਨੂੰ ਜੰਨਤ ਬਣਾ ਦੇਵੇਗੀ। ਉਸ ਦੀਆਂ ਆਦਤਾਂ, ਉਸ ਦਾ ਅੰਦਾਜ਼, ਸਭ ਕੁਝ ਬਹੁਤ ਖੂਬਸੂਰਤ ਹੈ ਅਤੇ ਮੈਂ ਮੁਸਕਰਾ ਦਿੰਦੀ ਸੀ। ਸਾਡੇ ਵਿੱਚ ਬਹੁਤ ਚੰਗੀ ਦੋਸਤੀ ਹੋ ਗਈ ਸੀ। ਹੁਣ ਜਦੋਂ ਵੀ ਮੈਨੂੰ ਕੋਈ ਗੱਲ ਕਰਨੀ ਹੁੰਦੀ ਤਾਂ ਮੈਂ ਦੀਦੀ ਦੇ ਕੋਲ ਜਾਣ ਦੀ ਬਜਾਏ ਜੀਜੂ ਦੇ ਕੋਲ ਜਾਂਦੀ ਸੀ, ਕਿਉਂਕਿ ਜੀਜੂ ਸਾਡੇ ਘਰ ਦੇ ਇੱਕ ਮੈਂਬਰ ਬਣ ਗਏ ਸਨ। ਹੁਣ ਅਸੀਂ ਉਹਨਾਂ ਦੇ ਸਾਹਮਣੇ ਕੁਝ ਵੀ ਗੱਲ ਕਰਨ ਵਿੱਚ ਹਿਚਕ ਮਹਿਸੂਸ ਨਹੀਂ ਕਰਦੇ ਸਨ। ਜੀਜੂ ਨੇ ਵੀ ਸਾਫ਼ ਕਹਿ ਦਿੱਤਾ ਸੀ, ਮੈਂ ਇਸ ਘਰ ਦਾ ਜਵਾਈ ਨਹੀਂ, ਪੁੱਤਰ ਹਾਂ। ਮੈਨੂੰ ਕਦੇ ਵੀ ਜਵਾਈ ਵਰਗਾ ਟ੍ਰੀਟਮੈਂਟ ਨਹੀਂ ਚਾਹੀਦਾ ਹੈ। ਛੁਟਕੀ ਦੇ ਪਤੀ ਨੂੰ ਜਵਾਈ ਬਣਾ ਲੈਣਾ। ਮੈਂ ਤਾਂ ਤੁਹਾਡਾ ਪੁੱਤਰ ਬਣ ਕੇ ਹੀ ਰਹਿਣਾ ਚਾਹੁੰਦਾ ਹਾਂ। ਉਹਨਾਂ ਦੀ ਇਹ ਗੱਲਾਂ ਮੈਨੂੰ ਬਹੁਤ ਚੰਗੀ ਲੱਗਦੀ ਸੀ। ਉਹ ਮੇਰੇ ਮਾਂ-ਬਾਪ ਨੂੰ ਬਹੁਤ ਇੱਜ਼ਤ ਦਿੰਦੇ ਸਨ। ਅੱਜ ਵੀ ਉਹ ਲੋਕ ਸਾਡੇ ਘਰ ਆਏ ਹੋਏ ਸਨ ਅਤੇ ਅੱਜ ਮਾਂ ਨੇ ਉਹਨਾਂ ਨੂੰ ਘਰ ਹੀ ਰੁਕਣ ਲਈ ਕਿਹਾ ਸੀ। ਲਾਊਂਜ ਵਿੱਚ ਬੈਠੇ ਸਭ ਗੱਲਾਂ ਕਰ ਰਹੇ ਸਨ ਜਦੋਂ ਅਚਾਨਕ ਜੀਜੂ ਨੇ ਮੇਰਾ ਹੱਥ ਫੜਿਆ। ਸਭ ਦੀ ਨਜ਼ਰ ਇਕੱਠੇ ਉਹਨਾਂ ਉੱਤੇ ਚਲੀ ਗਈ। ਉਹ ਮੁਸਕਰਾਉਂਦੇ ਹੋਏ ਬੋਲੇ, ਚਲੋ ਛੁਟਕੀ, ਅੱਜ ਮੈਂ ਤੁਹਾਡੇ ਤੋਂ ਇੱਕ ਸਵਾਲ ਕਰਦਾ ਹਾਂ, ਬੁਰਾ ਤਾਂ ਨਹੀਂ ਮੰਨੇਗੀ ਨਾ? ਜੀਜੂ ਦੀ ਗੱਲ ਸੁਣ ਕੇ ਮੈਂ ਝਟਪਟ ਨਾ ਵਿੱਚ ਸਿਰ ਹਿਲਾਇਆ ਅਤੇ ਕਿਹਾ, ਭਲਾ ਇੰਨੇ ਚੰਗੇ ਜੀਜੂ ਦੀਆਂ ਗੱਲਾਂ ਦਾ ਕੌਣ ਬੁਰਾ ਮੰਨਦਾ ਹੈ? ਦੀਦੀ ਵੀ ਮੁਸਕਰਾ ਕੇ ਉਹਨਾਂ ਨੂੰ ਹੀ ਵੇਖ ਰਹੀ ਸੀ। ਉਦੋਂ ਉਹ ਮੈਨੂੰ ਵੇਖਦੇ ਹੋਏ ਬੋਲੇ, ਅੱਛਾ, ਮੈਨੂੰ ਇਹ ਦੱਸੋ ਕਿ ਭਵਿੱਖ ਵਿੱਚ ਤੁਹਾਡਾ ਵੀ ਵਿਆਹ ਹੋਣਾ ਹੈ, ਤੈਨੂੰ ਵੀ ਅਗਲੇ ਘਰ ਜਾਣਾ ਹੈ। ਤੂੰ ਆਪਣੇ ਪਤੀ ਨੂੰ ਕਿਵੇਂ ਦਾ ਚਾਹੁੰਦੀ ਹੈ? ਮਤਲਬ ਉਹ ਕਿਵੇਂ ਦਾ ਹੋਵੇ, ਉਸ ਦੀ ਆਦਤਾਂ ਕਿਵੇਂ ਦੀ ਹੋਣ, ਸਭ ਕੁਝ ਦੱਸੋ ਤਾਂ ਕਿ ਸਾਨੂੰ ਮੁੰਡਾ ਲੱਭਣ ਵਿੱਚ ਸੌਖ ਹੋ ਜਾਵੇ। ਪਾਪਾ ਦੇ ਸਾਹਮਣੇ ਮੈਨੂੰ ਸ਼ਰਮ ਆ ਰਹੀ ਸੀ। ਮੈਂ ਨਾ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ, ਜੋ ਮਾਂ ਪਾਪਾ ਦੀ ਪਸੰਦ ਹੋਵੇਗੀ ਉਹੀ ਮੇਰੀ ਪਸੰਦ ਹੋਵੇਗੀ। ਮੇਰੀ ਕੋਈ ਖਾਸ ਡਿਮਾਂਡ ਨਹੀਂ ਹੈ। ਇਹ ਗੱਲ ਸੁਣ ਕੇ ਅਚਾਨਕ ਜੀਜੂ ਨੇ ਮੇਰੇ ਮੋਢੇ ਉੱਤੇ ਹੱਥ ਰੱਖਿਆ ਅਤੇ ਮੁਸਕਰਾਉਂਦੇ ਹੋਏ ਬੋਲੇ, ਓਏ ਪਾਪਾ ਦੀ ਪਰੀ, ਇਹ ਤਾਂ ਮੈਨੂੰ ਪਤਾ ਹੈ ਕਿ ਤੂੰ ਆਪਣੇ ਮਾਂ-ਬਾਪ ਦੀ ਪਸੰਦ ਦੇ ਬਿਨਾਂ ਕਿਤੇ ਵਿਆਹ ਨਹੀਂ ਕਰੇਗੀ, ਪਰ ਤੁਹਾਡਾ ਵੀ ਕੋਈ ਆਦਰਸ਼ ਹੋਵੇਗਾ ਜਿਸ ਨੂੰ ਤੂੰ ਆਪਣੇ ਲਈ ਚੁਣਨਾ ਚਾਹੁੰਦੀ ਹੋਵੇ। ਦੱਸੋ ਨਾ, ਕਿਵੇਂ ਦਾ ਮੁੰਡਾ ਪਸੰਦ ਹੈ ਤੈਨੂੰ? ਉਹਨਾਂ ਦੀ ਇਹ ਗੱਲ ਸੁਣ ਕੇ ਨਾ ਜਾਣੇ ਮੈਨੂੰ ਅਚਾਨਕ ਕੀ ਹੋਇਆ ਕਿ ਮੈਂ ਉਹਨਾਂ ਵੱਲ ਵੇਖਦੇ ਹੋਏ ਕਿਹਾ, ਮੈਨੂੰ ਬਿਲਕੁਲ ਤੁਹਾਡੇ ਵਰਗਾ ਮੁੰਡਾ ਪਸੰਦ ਹੈ। ਤੁਹਾਡਾ ਅੰਦਾਜ਼, ਤੁਹਾਡਾ ਮੇਰੇ ਮਾਂ-ਪਾਪਾ ਨੂੰ ਇੱਜ਼ਤ ਦੇਣਾ, ਸਾਡੇ ਨਾਲ ਬੈਠ ਕੇ ਗੱਲਾਂ ਕਰਨਾ, ਮੇਰੀ ਦੀਦੀ ਨੂੰ ਖੁਸ਼ ਰੱਖਣਾ, ਮੈਨੂੰ ਇਹ ਸਭ ਬਹੁਤ ਪਸੰਦ ਹੈ। ਮੇਰੀ ਵੀ ਇਹੀ ਖਾਹਿਸ਼ ਹੈ ਕਿ ਮੇਰਾ ਪਤੀ ਬਿਲਕੁਲ ਤੁਹਾਡੇ ਵਰਗਾ ਹੋਵੇ। ਮੇਰੀ ਗੱਲ ਸੁਣ ਕੇ ਸਭ ਦੇ ਚਿਹਰੇ ਉੱਤੇ ਮੁਸਕਾਨ ਆ ਗਈ ਸੀ। ਸਭ ਤੋਂ ਜ਼ਿਆਦਾ ਤਾਂ ਜੀਜਾ ਜੀ ਖੁਸ਼ ਨਜ਼ਰ ਆ ਰਹੇ ਸਨ। ਵਕਤ ਬਹੁਤ ਹੋ ਚੁੱਕਿਆ ਸੀ, ਇਸ ਲਈ ਦੀਦੀ ਅਤੇ ਜੀਜੂ ਰਾਤ ਸਾਡੇ ਹੀ ਘਰ ਰੁਕ ਗਏ। ਇਸ ਲਈ ਅਸੀਂ ਦੇਰ ਰਾਤ ਤੱਕ ਬੈਠ ਕੇ ਗੱਪਸ਼ਪ ਕੀਤੀ ਸੀ। ਰਾਤ ਦਾ ਦੂਜਾ ਪਹਿਰ ਚੱਲ ਰਿਹਾ ਸੀ। ਥੱਕ ਹਾਰ ਕੇ ਸਭ ਆਪਣੇ ਆਪਣੇ ਕਮਰੇ ਵਿੱਚ ਜਾ ਕੇ ਸੌਣ ਲਈ ਲੇਟ ਗਏ ਸਨ। ਗੈਸਟ ਰੂਮ ਵਿੱਚ ਦੀਦੀ ਅਤੇ ਜੀਜੂ ਠਹਿਰੇ ਸਨ। ਉਹ ਦੋ ਸਨ, ਇਸ ਲਈ ਹੁਣ ਸਾਡੇ ਕਮਰੇ ਵਿੱਚ ਨਹੀਂ ਰੁਕ ਸਕਦੇ ਸਨ। ਜੇਕਰ ਦੀਦੀ ਇਕੱਲੀ ਹੁੰਦੀ ਤਾਂ ਉਹ ਮੇਰੇ ਨਾਲ ਹੀ ਰੁਕ ਜਾਂਦੀ। ਮੈਂ ਡੂੰਘੀ ਨੀਂਦ ਵਿੱਚ ਸੋ ਰਹੀ ਸੀ। ਉਦੋਂ ਅਚਾਨਕ ਮੈਨੂੰ ਆਪਣੇ ਅਸਤੀਤਵ ਉੱਤੇ ਕਿਸੇ ਦੀ ਡੂੰਘੀ ਨਜ਼ਰਾਂ ਮਹਿਸੂਸ ਹੋਈਆਂ। ਕਿਸੇ ਤਰ੍ਹਾਂ ਇਸ ਅਹਿਸਾਸ ਦੇ ਤਹਿਤ ਮੇਰੀ ਅੱਖ ਖੁੱਲ੍ਹ ਗਈ। ਮੈਂ ਇੱਧਰ ਉੱਧਰ ਦੇਖਿਆ ਪਰ ਕਮਰੇ ਵਿੱਚ ਕੋਈ ਨਹੀਂ ਸੀ। ਫਿਰ ਇਹ ਨਿਗਾਹਾਂ ਦੀ ਤਪਸ਼ ਮੈਨੂੰ ਕਿਉਂ ਮਹਿਸੂਸ ਹੋ ਰਹੀ ਸੀ, ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆ ਰਹੀ ਸੀ। ਕਾਫੀ ਦੇਰ ਤੱਕ ਮੈਂ ਬੈਠ ਕੇ ਇੱਧਰ ਉੱਧਰ ਵੇਖਦੀ ਰਹੀ ਤਾਂ ਕਿ ਪਤਾ ਚੱਲ ਸਕੇ ਕਿ ਆਖਰ ਕੌਣ ਮੈਨੂੰ ਵੇਖ ਰਿਹਾ ਹੈ, ਪਰ ਅਜਿਹਾ ਕੁਝ ਵੀ ਨਹੀਂ ਸੀ। ਮੈਂ ਇਸ ਨੂੰ ਆਪਣਾ ਭੁਲੇਖਾ ਸਮਝ ਕੇ ਦੁਬਾਰਾ ਸੌਣ ਦੀ ਕੋਸ਼ਿਸ਼ ਕੀਤੀ, ਪਰ ਥੋੜੀ ਦੇਰ ਬਾਅਦ ਮੈਨੂੰ ਆਪਣੇ ਸਰੀਰ ਉੱਤੇ ਕਿਸੇ ਦਾ ਮਰਦਾਨਾ ਹੱਥ ਮਹਿਸੂਸ ਹੋਇਆ। ਮੇਰੇ ਉੱਤੇ ਬੇਚੈਨੀ ਛਾਣ ਲੱਗੀ। ਠੰਡ ਹੋਣ ਦੇ ਬਾਵਜੂਦ ਮੇਰੇ ਮੱਥੇ ਉੱਤੇ ਮੁੜਕਾ ਆ ਗਿਆ ਸੀ। ਮੈਂ ਇੱਕ ਵਾਰ ਫਿਰ ਹੜਬੜਾ ਕੇ ਉੱਠ ਬੈਠੀ, ਚਾਰੇ ਪਾਸੇ ਨਜ਼ਰ ਭਜਾਈ
ਪਰ ਇਸ ਵਾਰ ਵੀ ਕਮਰੇ ਵਿੱਚ ਕੋਈ ਨਹੀਂ ਸੀ। ਮੈਂ ਇਸ ਨੂੰ ਆਪਣਾ ਵਹਿਮ ਸਮਝ ਕੇ ਸਿਰ ਝਟਕ ਦਿੱਤਾ। ਅਗਲੀ ਸਵੇਰ ਸਭ ਕੁਝ ਉਹੋ ਜਿਹਾ ਹੀ ਸੀ। ਜੀਜੂ ਅਤੇ ਦੀਦੀ ਸਵੇਰ ਹੁੰਦੇ ਹੀ ਆਪਣੇ ਘਰ ਲਈ ਰਵਾਨਾ ਹੋ ਗਏ। ਮਾਂ ਪਾਪਾ ਨੇ ਵੀ ਉਹਨਾਂ ਨੂੰ ਨਹੀਂ ਰੋਕਿਆ, ਕਿਉਂਕਿ ਜੀਜੂ ਦਾ ਬਿਜ਼ਨਸ ਸੀ ਜਿਸ ਨੂੰ ਸੰਭਾਲਣਾ ਉਹਨਾਂ ਦੀ ਜ਼ਿੰਮੇਵਾਰੀ ਸੀ। ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦਾ ਆਉਣਾ ਸਾਡੇ ਲਈ ਕਿੰਨਾ ਨੁਕਸਾਨਦੇਹ ਹੋ ਸਕਦਾ ਹੈ। 2 ਦਿਨ ਬਾਅਦ ਰਾਤ ਦੇ ਸਮੇਂ ਅਚਾਨਕ ਜੀਜੂ ਘਬਰਾਉਂਦੇ ਹੋਏ ਸਾਡੇ ਘਰ ਆਏ। ਮਾਂ ਪਾਪਾ ਲਾਊਂਜ ਵਿੱਚ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਅਤੇ ਮੈਂ ਵੀ ਉਹਨਾਂ ਦੇ ਕੋਲ ਹੀ ਸੀ। ਮੈਂ ਹੀ ਜਾ ਕੇ ਦਰਵਾਜ਼ਾ ਖੋਲ੍ਹਿਆ। ਉਹਨਾਂ ਨੂੰ ਘਬਰਾਏ ਹੋਏ ਵੇਖ ਕੇ ਮੈਂ ਵੀ ਵਿਆਕੁਲ ਹੋ ਗਈ। ਉਹ ਮੈਨੂੰ ਵੇਖਦੇ ਹੋਏ ਬੋਲੇ, ਜਲਦੀ ਨਾਲ ਚੱਲੋ, ਨੇਹਾ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੈ, ਐਮਰਜੈਂਸੀ ਹੈ, ਉਹ ਹਸਪਤਾਲ ਵਿੱਚ ਹੈ, ਮੈਂ ਤੈਨੂੰ ਲੈਣ ਆਇਆ ਹਾਂ। ਇਹ ਸੁਣਦੇ ਹੀ ਮੈਂ ਬੇਚੈਨ ਹੋ ਗਈ। ਮਾਂ ਪਾਪਾ ਵੀ ਦਰਵਾਜ਼ੇ ਉੱਤੇ ਆ ਗਏ ਅਤੇ ਜੀਜਾ ਜੀ ਤੋਂ ਪੁੱਛਣ ਲੱਗੇ, ਕੀ ਹੋਇਆ, ਸਭ ਠੀਕ ਤਾਂ ਹੈ? ਅਸੀਂ ਵੀ ਨਾਲ ਚੱਲਦੇ ਹਾਂ। ਪਰ ਜੀਜਾ ਜੀ ਦੇ ਚਿਹਰੇ ਉੱਤੇ ਇੱਕ ਪਲ ਲਈ ਜੋ ਛਾਇਆ ਗੁਜ਼ਰੀ ਉਹ ਮੇਰੀ ਨਜ਼ਰਾਂ ਤੋਂ ਛੁਪ ਨਹੀਂ ਰਹੀ ਸੀ। ਉਹਨਾਂ ਨੇ ਮਾਂ ਪਾਪਾ ਨੂੰ ਵੇਖ ਕੇ ਕਿਹਾ, ਨਹੀਂ ਨਹੀਂ, ਤੁਹਾਨੂੰ ਚੱਲਣ ਦੀ ਜ਼ਰੂਰਤ ਨਹੀਂ ਹੈ, ਮੈਂ ਤੇ ਕ੍ਰਿਸ਼ਮਾ ਸਭ ਕੁਝ ਸੰਭਾਲ ਲਵਾਂਗੇ। ਤੁਸੀਂ ਲੋਕ ਬਸ ਉੱਪਰ ਵਾਲੇ ਤੋਂ ਦੁਆ ਕਰੋ ਕਿ ਸਭ ਕੁਝ ਠੀਕ ਹੋ ਜਾਵੇ। ਮੇਰੇ ਪਾਪਾ ਬੇਚੈਨ ਹੋ ਰਹੇ ਸਨ, ਪਰ ਜੀਜੂ ਨੇ ਵਾਰ-ਵਾਰ ਇਹੀ ਕਿਹਾ ਕਿ ਉਹਨਾਂ ਨੂੰ ਆਉਣ ਦੀ ਜ਼ਰੂਰਤ ਨਹੀਂ ਹੈ। ਮੈਂ ਵੀ ਸੋਚਿਆ ਕਿ ਮਾਂ ਪਾਪਾ ਉੱਥੇ ਜਾ ਕੇ ਪਰੇਸ਼ਾਨ ਹੋਣਗੇ, ਇਸ ਲਈ ਮੈਂ ਜੀਜੂ ਦੇ ਨਾਲ ਦੀਦੀ ਦੇ ਕੋਲ ਜਾਣ ਲਈ ਨਿਕਲ ਪਈ। ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਸਫ਼ਰ ਮੇਰੇ ਲਈ ਕਿੰਨਾ ਭਿਆਨਕ ਸਾਬਤ ਹੋਣ ਵਾਲਾ ਹੈ। ਮੇਰੇ ਚਿਹਰੇ ਦੀਆਂ ਹਵਾਈਆਂ ਉੱਡੀ ਹੋਈ ਸੀ। ਮੈਂ ਆਪਣੀ ਭੈਣ ਨੂੰ ਲੈ ਕੇ ਬਹੁਤ ਵਿਆਕੁਲ ਸੀ। ਮਨ ਹੀ ਮਨ ਦੁਆ ਕਰ ਰਹੀ ਸੀ ਕਿ ਉਹਨਾਂ ਨੂੰ ਕੁਝ ਨਾ ਹੋਵੇ। ਉਹ ਸਾਡੇ ਘਰ ਦੀ ਸਭ ਤੋਂ ਲਾਡਲੀ ਸੀ ਅਤੇ ਅਸੀਂ ਸਭ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ। ਗੱਡੀ ਵਿੱਚ ਇੱਕ ਗਹਿਰਾ ਸੰਨਾਟਾ ਸੀ। ਰਾਤ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਸੜਕਾਂ ਵੀ ਸੁੰਨਸਾਨ ਸੀ। ਜੀਜੂ ਬਹੁਤ ਹੌਲੀ-ਹੌਲੀ ਗੱਡੀ ਚਲਾ ਰਹੇ ਸਨ। ਮੈਂ ਉਹਨਾਂ ਨੂੰ ਵੇਖਦੇ ਹੋਏ ਕਿਹਾ, ਜੀਜੂ ਤੁਸੀਂ ਇਹ ਕੀ ਕਰ ਰਹੇ ਹੋ? ਗੱਡੀ ਤੇਜ਼ ਚਲਾਓ, ਦੀਦੀ ਹਸਪਤਾਲ ਵਿੱਚ ਇਕੱਲੇ ਹੋਣਗੇ, ਤੁਸੀਂ ਬੇਵਜ੍ਹਾ ਸਮਾਂ ਬਰਬਾਦ ਕਰ ਰਹੇ ਹੋ। ਮੇਰੀ ਗੱਲ ਸੁਣ ਕੇ ਉਹ ਮੈਨੂੰ ਵੇਖਦੇ ਹੋਏ ਬੋਲੇ, ਓਏ ਚੱਲਾਂਗੇ ਨਾ, ਕੀ ਹੋ ਗਿਆ? ਇੰਨੀ ਵੀ ਤਬੀਅਤ ਖਰਾਬ ਨਹੀਂ ਹੈ ਤੁਹਾਡੀ ਦੀਦੀ ਦੀ ਕਿ ਉਹ ਮਰ ਜਾਵੇਗੀ, ਅਸੀਂ ਪਹੁੰਚ ਜਾਵਾਂਗੇ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਸ਼ਾਂਤ ਸੀ। ਉਹਨਾਂ ਨੇ ਇਹ ਕਿਵੇਂ ਦਾ ਰਵੱਈਆ ਅਪਣਾ ਲਿਆ ਸੀ? ਮੈਂ ਉਹਨਾਂ ਨੂੰ ਵੇਖਦੇ ਹੋਏ ਬੋਲੀ, ਕੀ ਹੋ ਗਿਆ ਤੁਹਾਨੂੰ? ਤੁਸੀਂ ਕਿਵੇਂ ਦੀਆਂ ਗੱਲਾਂ ਕਰ ਰਹੇ ਹੋ? ਅਤੇ ਗੱਡੀ ਤੇਜ਼ ਚਲਾਓ, ਉਹ ਮੇਰੀ ਭੈਣ ਹੈ, ਮੈਂ ਆਪਣੀ ਭੈਣ ਦੇ ਬਾਰੇ ਵਿੱਚ ਕੁਝ ਵੀ ਬਰਦਾਸ਼ਤ ਨਹੀਂ ਕਰਾਂਗੀ। ਮੇਰੀ ਇਹ ਗੱਲ ਸੁਣਦੇ ਹੀ ਅਚਾਨਕ ਜੀਜੂ ਨੇ ਗੱਡੀ ਨੂੰ ਬ੍ਰੇਕ ਲਗਾ ਦਿੱਤਾ ਅਤੇ ਮੈਂ ਹੈਰਾਨ ਅਤੇ ਪਰੇਸ਼ਾਨ ਹੋ ਕੇ ਉਹਨਾਂ ਦੇ ਇਸ ਬਦਲੇ ਸੁਭਾਅ ਨੂੰ ਵੇਖ ਰਹੀ ਸੀ। ਉਹ ਘਰ ਉੱਤੇ ਇੱਕ ਵੱਖ ਇਨਸਾਨ ਸਨ ਅਤੇ ਹੁਣ ਇੱਥੇ ਉਹਨਾਂ ਦਾ ਇੱਕ ਵੱਖ ਹੀ ਰੂਪ ਦੇਖਣ ਨੂੰ ਮਿਲ ਰਿਹਾ ਸੀ। ਉਹਨਾਂ ਨੇ ਮੈਨੂੰ ਵੇਖਦੇ ਹੋਏ ਕਿਹਾ, ਜੇਕਰ ਇੰਨੀ ਜਲਦੀ ਹੈ ਤਾਂ ਤੂੰ ਆਪਣੇ ਆਪ ਗੱਡੀ ਚਲਾ ਲੈ, ਮੈਂ ਇੰਜ ਹੀ ਚਲਾਉਂਗਾ। ਜੇਕਰ ਮੇਰੇ ਨਾਲ ਨਹੀਂ ਜਾਣਾ ਚਾਹੁੰਦੀ ਤਾਂ ਇਕੱਲੀ ਚਲੀ ਜਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਉਹਨਾਂ ਨੂੰ ਵੇਖਦੇ ਹੋਏ ਇੱਕ ਵਾਰ ਫਿਰ ਬੋਲੀ, ਤੁਹਾਨੂੰ ਕੀ ਹੋ ਗਿਆ ਹੈ? ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਤੁਸੀਂ ਹੀ ਤਾਂ ਕਿਹਾ ਸੀ ਕਿ ਦੀਦੀ ਦੀ ਤਬੀਅਤ ਖਰਾਬ ਹੈ, ਤਾਂ ਫਿਰ ਇਹ ਸਭ ਤਮਾਸ਼ਾ ਕਿਉਂ? ਮੇਰੀ ਗੱਲ ਸੁਣ ਕੇ ਅਚਾਨਕ ਉਹਨਾਂ ਨੇ ਮੇਰੀ ਗਰਦਨ ਉੱਤੇ ਹੱਥ ਰੱਖਿਆ ਅਤੇ ਮੈਨੂੰ ਆਪਣੇ ਕਰੀਬ ਖਿੱਚਦੇ ਹੋਏ ਬੋਲੇ, ਤੁਹਾਡੀ ਦੀਦੀ ਘਰ ਉੱਤੇ ਬਿਲਕੁਲ ਠੀਕ ਹੈ। ਮੈਨੂੰ ਪਤਾ ਹੈ ਕਿ ਤੁਹਾਨੂੰ ਇਹ ਸਭ ਬੁਰਾ ਲੱਗੇਗਾ, ਪਰ ਮੈਂ ਮਜਬੂਰ ਹਾਂ। ਜਦੋਂ ਤੋਂ ਮੈਂ ਤੁਹਾਡੀ ਆਵਾਜ਼ ਸੁਣੀ ਹੈ ਮੈਂ ਤੁਹਾਡਾ دیਵਾਨਾ ਹੋ ਗਿਆ ਹਾਂ ਅਤੇ ਜਦੋਂ ਮੈਂ ਤੁਹਾਨੂੰ ਵੇਖਿਆ ਤਾਂ ਮੈਨੂੰ ਆਪਣੀ ਪਸੰਦ ਉੱਤੇ ਬਹੁਤ ਪਛਤਾਵਾ ਹੋਇਆ ਕਿ ਕਾਸ਼ ਮੈਂ ਆਪਣੀ ਪਤਨੀ ਦੀ ਛੋਟੀ ਭੈਣ ਨਾਲ ਵਿਆਹ ਕਰ ਲੈਂਦਾ ਤਾਂ ਅੱਜ ਮੈਨੂੰ ਇਹ ਕਦਮ ਨਹੀਂ ਚੁੱਕਣਾ ਪੈਂਦਾ। ਇਹ ਕਹਿੰਦੇ ਹੀ ਉਹ ਮੇਰੇ ਬੁੱਲਾਂ ਉੱਤੇ ਝੁਕ ਗਏ। ਮੇਰਾ ਸਾਹ ਸੀਨੇ ਵਿੱਚ ਹੀ ਅਟਕ ਗਿਆ। ਮੈਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ। ਮੈਂ ਜੀਜੂ ਨੂੰ ਆਪਣੇ ਆਪ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਘਬਰਾਏ ਹੋਏ ਲਹਿਜੇ ਵਿੱਚ ਕਿਹਾ, ਤੁਸੀਂ ਮੈਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? ਰੱਬ ਦੇ ਵਾਸਤੇ ਮੇਰੇ ਉੱਤੇ ਰਹਿਮ ਖਾਓ, ਮੈਂ ਤੁਹਾਡੀ ਛੋਟੀ ਭੈਣ ਵਰਗੀ ਹਾਂ। ਮੇਰੀ ਇਹ ਗੱਲ ਸੁਣ ਕੇ ਅਚਾਨਕ ਉਹਨਾਂ ਨੇ ਮੈਨੂੰ ਪਿੱਛੇ ਵੱਲ ਖਿੱਚ ਕੇ ਗੱਡੀ ਦੀ ਪਿਛਲੀ ਸੀਟ ਉੱਤੇ ਲਿਟਾ ਦਿੱਤਾ ਅਤੇ ਬੋਲੇ, ਤੂੰ ਮੇਰੀ ਭੈਣ ਨਹੀਂ, ਮੇਰੀ ਸਾਲੀ ਹੈ ਅਤੇ ਉਂਝ ਵੀ ਸਾਲੀ ਅੱਧੀ ਘਰ ਵਾਲੀ ਹੁੰਦੀ ਹੈ। ਜੇਕਰ ਤੂੰ ਮੈਨੂੰ ਥੋੜਾ ਸਕੂਨ ਦੇ ਦੇਵੇਗੀ ਤਾਂ ਤੁਹਾਡਾ ਕੁਝ ਨਹੀਂ ਜਾਵੇਗਾ ਅਤੇ ਜੇਕਰ ਤੂੰ ਮੇਰੇ ਨਾਲ ਸਹਿਯੋਗ ਕਰੇਗੀ ਤਾਂ ਤੇਰੇ ਲਈ ਹੀ ਚੰਗਾ ਹੋਏਗਾ, ਵਰਨਾ ਮੇਰੇ ਤੋਂ ਬੁਰਾ ਜਾਨਵਰ ਕੋਈ ਨਹੀਂ ਹੈ। ਇਹ ਕਹਿੰਦੇ ਹੋਏ ਉਹਨਾਂ ਦੇ ਹੱਥ ਬੇਸ਼ਰਮੀ ਨਾਲ ਮੇਰੀ ਕਮਰ ਉੱਤੇ ਰੰਗਣ ਲੱਗੇ। ਜਿਵੇਂ ਹੀ ਉਹਨਾਂ ਨੇ ਮੇਰੇ ਮੋਢੇ ਤੋਂ ਮੇਰੀ ਸ਼ਰਟ ਹਟਾਈ, ਮੇਰੀ ਜਾਨ ਹਲਕ ਵਿੱਚ ਆ ਗਈ। ਮੈਨੂੰ ਆਪਣੀ ਇੱਜ਼ਤ ਬਿਲਕੁਲ ਵੀ ਸੁਰੱਖਿਅਤ ਨਹੀਂ ਲੱਗ ਰਹੀ ਸੀ। ਮੈਂ ਉਹਨਾਂ ਦੇ ਸਾਹਮਣੇ ਹੱਥ ਜੋੜਦੇ ਹੋਏ ਕਿਹਾ, ਰੱਬ ਦੇ ਵਾਸਤੇ
ਮੇਰੇ ਨਾਲ ਅਜਿਹਾ ਜ਼ੁਲਮ ਨਾ ਕਰੋ। ਮੈਂ ਤੁਹਾਡੀ ਪਤਨੀ ਦੀ ਭੈਣ ਹਾਂ, ਕੁਝ ਤਾਂ ਮੇਰੀ ਇੱਜ਼ਤ ਦਾ ਖਿਆਲ ਕਰੋ। ਪਰ ਉਹਨਾਂ ਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ। ਉਹ ਮੈਨੂੰ ਮੇਰੇ ਹੀ ਘਰ ਤੋਂ ਚੁੱਕ ਕੇ ਲੈ ਗਏ ਅਤੇ ਮੇਰੀ ਇੱਜ਼ਤ ਤਾਰ-ਤਾਰ ਕਰ ਦਿੱਤੀ। ਮੈਂ ਰੋਂਦੀ ਰਹੀ, ਚੀਕਦੀ ਰਹੀ, ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਉਹ ਮੈਨੂੰ ਬੇਜਾਨ ਜਿਹੀ ਹਾਲਤ ਵਿੱਚ ਛੱਡ ਕੇ ਗੱਡੀ ਤੋਂ ਬਾਹਰ ਚਲੇ ਗਏ। ਮੇਰੇ ਵਿੱਚ ਇੰਨੀ ਤਾਕਤ ਵੀ ਨਹੀਂ ਬਚੀ ਸੀਗੀ ਮੈਂ ਉੱਠ ਕੇ ਆਪਣੀ ਹਾਲਤ ਸੁਧਾਰ ਸਕਾਂ। ਮੈਨੂੰ ਚੰਗੀ ਤਰ੍ਹਾਂ ਨਾਲ ਅਹਿਸਾਸ ਹੋ ਰਿਹਾ ਸੀ ਕਿ ਉਹ ਗੱਡੀ ਤੋਂ ਬਾਹਰ ਖੜੇ ਹੋ ਕੇ ਸਿਗਰਟ ਪੀ ਰਹੇ ਸਨ। ਥੋੜੀ ਦੇਰ ਬਾਅਦ ਉਹ ਗੱਡੀ ਵਿੱਚ ਵਾਪਸ ਆਏ ਅਤੇ ਮੈਨੂੰ ਵੇਖ ਕੇ ਬੋਲੇ, ਜੇਕਰ ਤੂੰ ਆਪਣਾ ਮੂੰਹ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਤਾਂ ਯਾਦ ਰੱਖਣਾ, ਮੈਂ ਤੁਹਾਡਾ ਕਤਲ ਕਰ ਦੇਵਾਂਗਾ। ਨਹੀਂ, ਮੈਂ ਤੁਹਾਡੇ ਨਾਲ ਕੁਝ ਨਹੀਂ ਕਰਾਂਗਾ, ਸਗੋਂ ਤੁਹਾਡੀ ਭੈਣ ਨੂੰ ਪਾਗਲ ਬਣਾ ਦੇਵਾਂਗਾ, ਉਸ ਨੂੰ ਘਰ ਤੋਂ ਕੱਢ ਦੇਵਾਂਗਾ ਅਤੇ ਤਲਾਕ ਦੇ ਕੇ ਹਮੇਸ਼ਾ ਲਈ ਉਸ ਤੋਂ ਨਾਤਾ ਤੋੜ ਦੇਵਾਂਗਾ। ਇਸ ਲਈ ਚੁੱਪਚਾਪ ਬਰਦਾਸ਼ਤ ਕਰੋ। ਪਰ ਮੇਰਾ ਦਿਮਾਗ ਤਾਂ 7ਵੇਂ ਅਸਮਾਨ ਉੱਤੇ ਪਹੁੰਚ ਗਿਆ ਸੀ। ਮੈਂ ਸਭ ਕੁਝ ਬਰਦਾਸ਼ਤ ਕਰ ਸਕਦੀ ਸੀ, ਪਰ ਜੋ ਅੱਜ ਮੇਰੇ ਨਾਲ ਹੋਇਆ ਉਹ ਮੈਂ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮੈਂ ਚੁੱਪੀ ਸਾਧ ਰੱਖੀ ਸੀ ਅਤੇ ਬਸ ਸਿਰ ਝੁਕਾਏ ਬੈਠੀ ਰਹੀ। ਜਦੋਂ ਉਹਨਾਂ ਨੇ ਮੈਨੂੰ ਘਰ ਦੇ ਦਰਵਾਜ਼ੇ ਉੱਤੇ ਛੱਡਿਆ ਅਤੇ ਆਪਣੇ ਆਪ ਆਪਣੇ ਘਰ ਚਲੇ ਗਏ, ਤਦ ਮੈਂ ਬਿਨਾਂ ਸੋਚੇ ਸਮਝੇ ਸਾਰੀ ਗੱਲ ਆਪਣੇ ਮਾਤਾ-ਪਿਤਾ ਦੇ ਸਾਹਮਣੇ ਖੋਲ੍ਹ ਦਿੱਤੀ। ਮੇਰੇ ਪਾਪਾ ਮੈਨੂੰ ਹੈਰਾਨ ਨਜ਼ਰਾਂ ਨਾਲ ਵੇਖ ਰਹੇ ਸਨ, ਪਰ ਮੇਰੀ ਹਾਲਤ ਆਪਣੇ ਆਪ ਹੀ ਦੱਸ ਰਹੀ ਸੀ ਕਿ ਮੈਂ ਝੂਠ ਨਹੀਂ ਬੋਲ ਰਹੀ। ਉਸੇ ਸਮੇਂ ਮੇਰੀ ਮਾਂ ਨੇ ਦੀਦੀ ਨੂੰ ਫੋਨ ਕਰਕੇ ਸਾਰੀ ਹਾਲਤ ਦੱਸ ਦਿੱਤੀ। ਮੈਨੂੰ ਲੱਗਾ ਸੀ ਕਿ ਦੀਦੀ ਸਾਡੇ ਤੋਂ ਰਿਸ਼ਤਾ ਤੋੜ ਦੇਵੇਗੀ, ਕਿਉਂਕਿ ਮੈਨੂੰ ਉਹਨਾਂ ਦਾ ਪਾਗਲਪਨ ਯਾਦ ਸੀ, ਪਰ ਅਜਿਹਾ ਕੁਝ ਨਹੀਂ ਹੋਇਆ। ਅਗਲੀ ਸਵੇਰੇ ਹੀ ਦੀਦੀ ਘਰ ਵਾਪਸ ਆ ਗਈ ਅਤੇ ਰੋਂਦੇ ਹੋਏ ਪਾਪਾ ਦੇ ਸਾਹਮਣੇ ਸਾਫ਼-ਸਾਫ਼ ਕਹਿ ਦਿੱਤਾ, ਮੈਂ ਹਰ ਚੀਜ਼ ਬਰਦਾਸ਼ਤ ਕਰ ਸਕਦੀ ਹਾਂ, ਪਰ ਜੋ ਹਰਕਤ ਰਾਜ ਨੇ ਕੀਤੀ ਹੈ ਉਸ ਨੂੰ ਹੁਣ ਕਿਸੇ ਕੀਮਤ ਉੱਤੇ ਮਾਫ ਨਹੀਂ ਕੀਤਾ ਜਾਵੇਗਾ। ਤੁਰੰਤ ਤਲਾਕ ਦੇ ਪੇਪਰਸ ਤਿਆਰ ਕਰਵਾਏ ਜਾਣ ਅਤੇ ਫਿਰ ਅਸੀਂ ਪੁਲਿਸ ਵਿੱਚ ਰੇਪ ਕੇਸ ਦੀ FIR ਦਰਜ ਕਰਵਾਵਾਂਗੇ। ਮੈਂ ਆਪਣੀ ਭੈਣ ਨੂੰ ਵੇਖ ਰਹੀ ਸੀ। ਮੈਨੂੰ ਉਸ ਦੀਆਂ ਗੱਲਾਂ ਉੱਤੇ ਬਿਲਕੁਲ ਭਰੋਸਾ ਨਹੀਂ ਹੋ ਰਿਹਾ ਸੀ। ਮੈਂ ਹੈਰਾਨ ਸੀ ਕਿ ਉਹ ਮੇਰੇ ਲਈ ਆਪਣੀ ਮੁਹੱਬਤ ਛੱਡ ਰਹੀ ਹੈ, ਪਰ ਅਜਿਹਾ ਨਹੀਂ ਸੀ। ਮੇਰੀ ਦੀਦੀ ਨੇ ਸਾਨੂੰ ਦੱਸਿਆ ਕਿ ਅੱਜ ਤੋਂ ਪਹਿਲਾਂ ਵੀ ਕਈ ਵਾਰ ਰਾਜ ਨੇ ਗੱਲਾਂ-ਗੱਲਾਂ ਵਿੱਚ ਮੇਰੇ ਲਈ ਆਪਣੀ ਪਸੰਦ ਸਾਫ਼ ਕੀਤੀ ਸੀ, ਪਰ ਦੀਦੀ ਹਮੇਸ਼ਾ ਇਸ ਨੂੰ ਮਜ਼ਾਕ ਵਿੱਚ ਲੈ ਜਾਂਦੀ ਸੀ। ਹੁਣ ਉਹਨਾਂ ਦੀ ਅਸਲੀਅਤ ਸਾਡੇ ਸਾਹਮਣੇ ਆ ਚੁੱਕੀ ਸੀ। ਦੀਦੀ ਦੇ ਵਕਤ ਉੱਤੇ ਲਏ ਗਏ ਫੈਸਲੇ ਨੇ ਸਾਨੂੰ ਬਹੁਤ ਸਾਰੇ ਨੁਕਸਾਨ ਤੋਂ ਬਚਾ ਲਿਆ ਸੀ। ਅਸੀਂ ਤਲਾਕ ਲੈ ਲਿਆ ਅਤੇ ਉਹਨਾਂ ਦੇ ਖਿਲਾਫ ਕੇਸ ਵੀ ਕਰਵਾ ਦਿੱਤਾ, ਪਰ ਅੱਜ ਵੀ ਮੈਂ ਬਹੁਤ ਦੁੱਖ ਮਹਿਸੂਸ ਕਰਦੀ ਹਾਂ। ਮੇਰੀ ਇੱਜ਼ਤ ਵੀ ਚਲੀ ਗਈ ਅਤੇ ਦੀਦੀ ਦਾ ਘਰ ਵੀ ਉਜੜ ਗਿਆ ਸੀ। ਮੈਂ ਬਹੁਤ ਜ਼ਿਆਦਾ ਡਰ ਚੁੱਕੀ ਸੀ। ਜੋ ਪਹਿਲਾਂ ਹੀ ਕਿਸੇ ਨਾਲ ਗੱਲਾਂ ਨਹੀਂ ਕਰਦੀ ਸੀ, ਹੁਣ ਹੋਰ ਵੀ ਜ਼ਿਆਦਾ ਖਾਮੋਸ਼ ਹੋ ਗਈ ਹਾਂ। ਮੇਰੇ ਮਾਂ-ਪਾਪਾ ਅਤੇ ਦੀਦੀ ਮੈਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਮੈਂ ਕੁਝ ਵੀ ਨਹੀਂ ਕਹਿੰਦੀ ਹਾਂ। ਉੱਤੋਂ ਰੱਬ ਨੇ ਵੀ ਮੇਰੇ ਨਾਲ ਇੱਕ ਹੋਰ ਵੱਡਾ ਜ਼ੁਲਮ ਕਰ ਦਿੱਤਾ ਕਿ ਮੈਂ ਪ੍ਰੈਗਨੈਂਟ ਹੋ ਗਈ, ਅਤੇ ਇਹ ਗੱਲ ਮੇਰੇ ਘਰ ਵਾਲਿਆਂ ਨੂੰ ਵੀ ਪਤਾ ਸੀ। ਮੈਨੂੰ ਨਹੀਂ ਸਮਝ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਜ਼ਿੰਦਗੀ ਨੇ ਮੈਨੂੰ ਇੰਨੀ ਸਿੱਖਿਆ ਦਿੱਤੀ ਕਿ ਕਿਸੇ ਉੱਤੇ ਵੀ ਜੀਵਨ ਵਿੱਚ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਰਿਸ਼ਤਿਆਂ ਵਿੱਚ ਆਪਣੀ ਸੀਮਾਵਾਂ ਬਣਾ ਕੇ ਰੱਖਣੀ ਚਾਹੀਦੀ ਹੈ। ਚਾਹੇ ਰਿਸ਼ਤਾ ਕੋਈ ਵੀ ਹੋਵੇ, ਅਤੇ ਸਾਲੀ ਅਤੇ ਭਣੋਈਏ ਦਾ ਰਿਸ਼ਤਾ ਅੱਗ ਵਰਗਾ ਹੁੰਦਾ ਹੈ। ਉਸ ਤੋਂ ਦੂਰੀ ਬਣਾਏ ਰੱਖਣਾ ਹੀ ਬਿਹਤਰ ਹੁੰਦਾ ਹੈ। ਦੋਸਤੋ, ਹੁਣ ਤੁਸੀਂ ਹੀ ਦੱਸੋ ਕਿ ਮੈਨੂੰ ਇਸ ਬੱਚੇ ਦਾ ਹੁਣ ਕੀ ਕਰਨਾ ਚਾਹੀਦਾ ਹੈ। ਅਬੋਰਸ਼ਨ ਕਰਵਾ ਲਵਾਂ ਜਾਂ ਬੱਚੇ ਨੂੰ ਜਨਮ ਦੇਵਾਂ? ਦੋਸਤੋ, ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।